The following message has been brought to you through the ministry of Emmanuel Church, Handsworth, Birmingham, UK. There was a man who used to pray at every prayer meeting. ਇੱਕ ਬੰਦਾ ਸੀਗਾ ਜਿਹੜਾ ਕਿ ਹਰ ਪ੍ਰਾਰਥਨਾ ਦੀ ਮੀਟਿੰਗ ਵਿੱਚ ਪ੍ਰਾਰਥਨਾ ਕਰਦਾ ਹੁੰਦਾ ਸੀਗਾ And he used to pray this prayer: ਉਹਨੇ ਪ੍ਰਾਰਥਨਾ ਕਰਨੀ, Lord, clean the cobwebs out of my life. ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਸਾਰੇ ਜਾਲੇ ਸਾਫ਼ ਕਰ ਦੇ। And it's carried on week after week. ਹਰ ਹਫਤੇ ਪ੍ਰਭੂ ਜਾਲੇ ਸਾਫ਼ ਕਰ ਦੇ। Now, sometimes we can be like this, can't we? ਅਸੀਂ ਵੀ ਇੱਦਾਂ ਕਈ ਦਫਾ ਹੋ ਜਾਂਦੇ ਹਾਂ। We pray generally, Lord, help me spiritually. ਅਸੀਂ ਪ੍ਰਾਰਥਨਾ ਕਰਦੇ ਆਮ ਤੌਰ ਤੇ ਕਿ ਪ੍ਰਭੂ ਮੇਰੀ ਮਦਦ ਕਰ ਰੂਹ ਦੇ ਵਿੱਚ। Lord, help me, I'm struggling. ਪ੍ਰਭੂ ਮੇਰੀ ਮਦਦ ਕਰ, ਮੈਂ ਮੁਸ਼ਕਿਲਾਂ ਵਿੱਚ ਜਾ ਰਿਹਾ। Lord, my heart is cold. Lord, deal with the cobwebs in my life. ਮੈਂ ਠੰਡਾ ਪੈ ਰਿਹਾ, ਮੇਰੇ ਦਿਲ ਵਿੱਚ ਜਿਹੜੇ ਜਾਲੇ ਲੱਗੇ ਆ ਉਹਨਾਂ ਨੂੰ ਲਾ ਦੇ। And then another brother heard this ਇੱਕ ਹੋਰ ਭਰਾ ਨੇ ਸੁਣਿਆ week after week. ਹਰ ਹਫਤੇ ਉਹੀ ਪ੍ਰਾਰਥਨਾ। And then when this man prayed this prayer again, ਜਦੋਂ ਬੰਦੇ ਨੇ ਫਿਰ ਪ੍ਰਾਰਥਨਾ ਕੀਤੀ, this other man said this: ਦੂਸਰੇ ਨੇ ਕਿਹਾ, Lord, while you are getting rid of the cobwebs, kill the spider as well. ਪ੍ਰਭੂ ਜਦੋਂ ਤੋਂ ਉਹਦੇ ਜਾਲੇ ਸਾਫ਼ ਕਰ ਰਿਹਾ ਹੈਗਾ ਨਾ, ਉਹ ਨਾਲ ਲੱਗਦਾ ਜਿਹੜਾ ਕੀੜਾ ਵੀ ਹੈਗਾ ਨਾ, ਜਿਹੜੇ ਜਾਲੇ ਪੈਦਾ ਕਰਦਾ ਹੈਗਾ ਉਹਨੂੰ ਵੀ ਮਾਰ ਦੇਣ ਨਾਲ ਲੱਗਦਾ। Now, it's one thing to pray, Lord, I'm struggling. ਇੱਕ ਗੱਲ ਹੈਗੀ ਹੈ ਕਹਿਣਾ ਕਿ ਪ੍ਰਭੂ ਮੇਰੀ ਮਦਦ ਕਰ, ਮੈਂ ਮੁਸ਼ਕਿਲ ਵਿੱਚ ਹੈਗਾ। Lord, there are cobwebs in my spiritual life. ਪ੍ਰਭੂ ਮੇਰੀ ਰੂਹਾਨੀ ਜ਼ਿੰਦਗੀ ਵਿੱਚ ਜਾਲੇ ਲੱਗੇ ਹੋਏ ਆ। But really, that is just dealing with the symptoms. ਇਹ ਤੇ ਜਿਹੜੀ ਮੁਸ਼ਕਿਲ ਹੈਗੀ ਹੈ ਨਾ, ਉਹਦਾ ਨਿਬੇੜਾ ਅਸੀਂ ਕਰ ਰਹੇ ਹਾਂ। It's like having an allergy. ਜਦੋਂ ਸਾਨੂੰ ਕੋਈ ਐਲਰਜੀ ਹੈਗੀ ਆ, And you break out in spots. ਕੋਈ ਗੱਲ ਹੁੰਦੀ ਹੈ ਸਾਡੇ ਫੋੜੇ ਫੈਂਸੀਆਂ ਨਿਕਲ ਆਉਣੀਆਂ, And you want to be rid of the spots. ਚਾਹੁੰਦੇ ਆ ਕਿ ਫੋੜੇ ਫੈਂਸੀਆਂ ਸਾਫ਼ ਹੋ ਜਾਣ। But that's just dealing with the symptoms. ਉਹਦੀ ਜਿਹੜੀ ਬਾਹਰਲੀ ਜਿਹੜੀ ਹੈਗੀ ਗੱਲ, ਉਹਦੇ ਨਾਲ ਉਹਦੇ ਬਾਰੇ ਨਿਬੇੜਾ ਹੈਗਾ। What we need to get rid of the spots is to get to the heart of the problem. ਗੱਲ ਦੀ ਜੜ ਤੱਕ ਪਹੁੰਚੋ ਕਿ ਕਿਉਂ ਪਹਿਲਾਂ ਇਹ ਫੋੜੇ ਫੈਂਸੀਆਂ ਨਿਕਲੀਆਂ ਹੈਗੀਆਂ। And that is stop eating whole nut Cadbury's chocolate, ਜਿੱਦਾਂ ਭਾਈ ਜੋਜ ਕਹਿੰਦਾ ਕਿ ਕੈਬਰੀਜ਼ ਚਾਕਲੇਟ ਖਾਣੀ ਬੰਦ ਕਰ ਦਿਓ, which is causing the allergy and the problem. ਜਿਹਦੇ ਕਰਕੇ ਤੁਹਾਨੂੰ ਮੁਸ਼ਕਿਲ ਆਉਂਦੀ ਹੈ, ਤੁਹਾਨੂੰ ਐਲਰਜੀ ਆਉਂਦੀ ਹੈ। But the problem is we don't want to stop that, do we? ਚਾਕਲੇਟ ਖਾਣੇ ਅਸੀਂ ਬੰਦ ਨਹੀਂ ਕਰਨਾ ਚਾਹੁੰਦੇ। So we want to deal with the symptoms, but we don't want to get to the heart of the ਚਾਹੁੰਦੇ ਕਿ problem. ਜੋ ਉਹਦਾ ਅੰਜਾਮ ਹੈਗਾ, ਨਤੀਜਾ ਹੈਗਾ, ਉਹ ਤਾਂ ਠੀਕ ਹੋਵੇ, ਪਰ ਜਿਹੜੀ ਜੜ ਹੈਗੀ ਆ ਉਹਨੂੰ ਨਹੀਂ ਸਾਫ਼ ਕਰਨਾ ਚਾਹੁੰਦੇ। And we don't like it ਸਾਨੂੰ ਚੰਗਾ ਨਹੀਂ ਲੱਗਦਾ। when somebody may tell us, ਸਾਨੂੰ ਜਦੋਂ ਕੋਈ ਕਹਿੰਦਾ ਸਾਨੂੰ ਚੰਗਾ ਨਹੀਂ when ਲੱਗਦਾ। we know the Lord is addressing us through His Word ਜੇ ਪ੍ਰਭੂ ਸਾਨੂੰ ਦੱਸਦਾ ਵਚਨ ਦੁਆਰਾ, ਉਸ ਵੇਲੇ ਸਾਨੂੰ ਚੰਗਾ ਨਹੀਂ ਲੱਗਦਾ। and addressing the heart of the problem, ਪ੍ਰਭੂ ਜਦੋਂ ਦਿਲ ਦੀ ਤਹਿ ਤੱਕ ਪਹੁੰਚਦਾ, telling us to get rid of the spider, ਪ੍ਰਭੂ ਕਹਿੰਦੇ ਜਿਹੜਾ ਕੀੜਾ ਹੈਗਾ ਨਾ, ਜਿਹਦੇ ਕਰਕੇ ਜਾਲੇ ਲੱਗਦੇ ਆ, ਉਹ ਕੀੜੇ ਨੂੰ ਮਾਰੋ ਅੰਦਰੋਂ, it makes us uncomfortable. ਫਿਰ ਸਾਨੂੰ ਤਕਲੀਫ ਹੁੰਦੀ ਆ। Christianity is not just dealing about outward symptoms. ਵਿਸ਼ਵਾਸ ਇਹ ਨਹੀਂ ਹੈਗਾ ਇਕੱਲਾ ਕਿ ਜਿਹੜੀ ਬਾਹਰਲੀਆਂ ਮੁਸ਼ਕਿਲਾਂ ਹੈਗੀਆਂ ਉਹਨਾਂ ਦਾ ਨਿਬੇੜਾ ਕਰੀਏ। Christianity is dealing with the spider. ਜਿਹੜੀ ਜੜ ਹੈਗੀ ਹੈ, ਜਿਹੜਾ ਕੀੜਾ ਹੈਗਾ ਅੰਦਰ ਪਾਪ ਦਾ, ਉਹਦਾ ਨਿਬੇੜਾ ਹੈਗਾ। And if we are truly saved, ਜੇ ਅਸੀਂ ਸੱਚੀ ਤਰ੍ਹਾਂ ਬਚਾਏ ਗਏ what ਹਾਂ, you'll find is Christ will deal with every area of your life. ਪ੍ਰਭੂ ਯਿਸੂ ਮਸੀਹ ਸਾਡੀ ਜ਼ਿੰਦਗੀ ਦੇ ਹਰ ਹਿੱਸੇ ਦੇ ਨਾਲ ਨਿਬੇੜਾ ਕਰੂਗਾ। There's no such thing as that this is my personal space. ਇਹ ਨਹੀਂ ਹੈਗਾ ਕਿ ਪ੍ਰਭੂ ਇਹ ਮੇਰੀ ਜ਼ਾਤੀ ਜਗ੍ਹਾ ਹੈਗੀ, ਇੱਥੇ ਤੂੰ ਨਾ, ਇਸ ਕਮਰੇ 'ਚ ਨਾ ਆ, I can do what I like. ਜੋ ਮੇਰਾ ਦਿਲ ਕਰਦਾ ਮੈਂ ਕਰੂੰਗਾ ਇੱਥੇ ਤੋਂ। No, you can't. ਨਹੀਂ ਕਰ ਸਕਦੇ। He deals with issues in the home, ਪ੍ਰਭੂ ਘਰ ਦੇ ਮੁਸ਼ਕਿਲਾਂ ਦੇ ਨਿਬੇੜੇ ਕਰਦਾ, in our marriage. ਵਿਆਹ ਸ਼ਾਦੀ ਵਿੱਚ, He deals with us as parents and children, ਮਾਂ-ਬਾਪ ਦੇ ਤੌਰ ਤੇ ਬੱਚਿਆਂ ਦੇ ਨਾਲ, how we spend our money, ਅਸੀਂ ਪੈਸੇ ਕਿੱਦਾਂ ਖਰਚ ਕਰਦੇ ਹਾਂ, what we do with our time, ਆਪਣੇ ਵਕਤ ਦੇ ਨਾਲ ਕੀ ਕਰਦੇ ਹਾਂ, what we watch see on our computers and watch on our television ਕੰਪਿਊਟਰ ਤੇ screens, ਟੈਲੀਵਿਜ਼ਨ ਤੇ ਕੀ ਦੇਖਦੇ ਹੈਗੇ ਆ, how we spend our days. ਕਿੱਦਾਂ ਆਪਣਾ ਦਿਨ ਗੁਜ਼ਾਰਦੇ ਹਾਂ। It deals with specific things. ਸਾਰੀਆਂ ਚੀਜ਼ਾਂ ਦਾ, ਕੱਲੀ ਚੀਜ਼ ਦਾ ਪ੍ਰਭੂ ਨਿਬੇੜਾ ਕਰਦਾ, ਥੋੜੀਆਂ ਚੀਜ਼ਾਂ ਦਾ ਨਹੀਂ। Now, as you know, on a Sunday morning, we've been working through the book of Nehemiah. ਤੁਸੀਂ ਜੇ ਸੰਡੇ ਸਵੇਰ ਨੂੰ ਆਉਂਦੇ ਆ, ਅਸੀਂ ਨਹਿਮਾਇਆ ਦੀ ਕਿਤਾਬ And ਦੇਖਦੇ ਹਾਂ। last time we looked at Nehemiah chapter 8 and 9. 8ਵਾਂ 9ਵਾਂ ਚੈਪਟਰ ਦੇਖਿਆ ਨਹਿਮਾਇਆ ਦਾ। And we saw how the walls of Jerusalem were being built and they were complete. ਦੀਵਾਰਾਂ ਬਣ ਰਹੀਆਂ, ਬਣ ਗਈਆਂ ਯਰੂਸ਼ਲਮ ਦੀਆਂ। And we saw how revival broke out. ਜਾਗਰਤੀ ਪੈਦਾ ਹੋ ਗਈ। And we looked at the key components of revival. ਜਾਗਰਤੀ ਦੇ ਜਿਹੜੇ ਹਿੱਸੇ ਹੈਗੇ ਆ, ਉਹਨਾਂ ਨੂੰ ਦੇਖਿਆ। And we said the first key component we saw ਪਹਿਲੀ ਜਿਹੜੀ ਗੱਲ ਹੈਗੀ ਜਾਗਰਤੀ ਦੇ was ਵਿੱਚ that ਆਉਂਦੀ, there was the reading and the preaching and the understanding of God's word. ਪ੍ਰਭੂ ਦੇ ਵਚਨ ਦਾ ਪੜ੍ਹਿਆ ਜਾਣਾ, ਸਮਝਣਾ, ਉਹ ਤੇ ਚੱਲਣਾ।
And we said the Holy Spirit, when He revives His church, He always uses the Word of God. ਪਰਮੇਸ਼ਰ ਪਿਤਰ ਆਤਮਾ ਜਦੋਂ ਵੀ ਕਦੇ ਆਪਣੀ ਮੰਡਲੀ ਨੂੰ ਜਗਾਉਂਦਾ ਆਪਣੇ ਵਚਨ ਦੇ ਦੁਆਰਾ ਜਗਾਉਂਦਾ। Secondly, we saw there was the revival involved sorrow for sin. ਦੂਸਰੀ ਗੱਲ ਪਾਪ ਦੇ ਲਈ ਜਿਹੜਾ ਅਫਸੋਸ ਹੈਗਾ ਉਹਦੇ ਬਾਰੇ ਜਾਗਰਤੀ ਆਈ ਆ। Chapter 9 verse 1, chapter 9 verse 3. 9:1-9:3 We see how the people, were mourning and grieving over their ਲੋਕੀ sin. ਅਫਸੋਸ ਕਰਦੇ ਰੋ ਰਹੇ ਸੀਗੇ ਆਪਣੇ ਪਾਪ ਦੇ ਉੱਤੇ। And then what we saw was that there was the confession of sin. ਫਿਰ ਕੀ ਦੇਖਦੇ ਆ ਪਾਪ ਦਾ ਇਕਰਾਰ। Sorry, that's chapter 9 verse 1 and chapter 9 verse 3. 9 ਪਹਿਲੇ ਚੈਪਟਰ 9ਵੀਂ ਆਇਤ। Now, today we're looking at another element that we see here. ਇੱਥੇ ਅਸੀਂ ਇੱਕ ਹੋਰ ਗੱਲ ਦੇਖਦੇ ਆ। Okay, so another element that we see here ਇੱਕ ਹੋਰ ਪਹਿਲੂ ਦੇਖਦੇ ਆ when it comes to revival. ਜਾਗਰਤੀ ਦੇ ਬਾਰੇ। And that is that revival involves a turning away from sin. ਜਾਗਰਤੀ ਕਦੋਂ ਆਉਂਦੀ ਆ ਜਦੋਂ ਅਸੀਂ ਪਾਪ ਤੋਂ ਮੁੜਦੇ ਆ। And that is that it just doesn't deal with sin in general, just a general confession of ਇਹ ਨਹੀਂ sin, ਕਿ ਆਮ ਪਾਪ ਦਾ ਇਕਰਾਰ ਕਰਕੇ ਤਾਂ ਗੱਲ ਖਤਮ ਹੋ ਗਈ, ਨਹੀਂ। but specific changes in our lives. ਖਾਸ ਬਦਲਾਵ ਸਾਡੀ ਜ਼ਿੰਦਗੀ ਦੇ ਵਿੱਚ। That's the outcome of revival, the fruit of revival. ਜਾਗਰਤੀ ਦਾ ਨਤੀਜਾ ਹੁੰਦਾ ਕਿ ਬਾਹਰਲਾ ਫਲ ਕੋਈ ਦਿਖਾਈ ਦੇਵੇ ਕਿ ਕੁਝ ਹੋਇਆ ਅੰਦਰ। In the 1904 revival, I quoted part of this last week. ਇਸ ਵਾਰੀ ਪਿਛਲੀ ਵਾਰ ਗੱਲ ਕੀਤੀ ਸੀ 1904 ਦੇ ਜਦੋਂ ਜਾਗਰਤੀ ਆਈ ਇਸ ਮੁਲਕ ਵਿੱਚ। There's a revival that came to Wales. ਵੇਲਜ਼ ਵਿੱਚ ਜਾਗਰਤੀ ਆਈ। It went a little pear-shaped towards the end, ਬਾਅਦ ਜਾ ਕੇ ਥੋੜੀ ਜਿਹੀ ਗੱਲ ਵਿਗੜ ਗਈ ਸੀਗੀ, but it was a genuine revival nevertheless. ਪਰ ਇੱਕ ਵੱਡੀ ਜਾਗਰਤੀ ਆਈ। But this is what someone has said about that revival. ਉਸ ਦੀ ਗੱਲ ਬਾਰੇ ਕਿਸੇ ਨੇ ਕੀ ਕਿਹਾ ਹੈਗਾ, ਬਿਆਨ ਕੀਤਾ। They said thousands of people were saved. ਹਜ਼ਾਰ ਲੋਕੀ ਬਚਾਏ ਗਏ। Pubs were empty. ਪਬ ਖਾਲੀ ਹੋ ਗਏ। Men and women who used to waste their money getting drunk ਆਦਮੀ ਔਰਤਾਂ ਜਿਹੜੇ ਪੈਸੇ ਬਰਬਾਦ ਕਰਦੇ ਸੀ ਸ਼ਰਾਬ ਪੀਣ ਤੇ, were now using it to saving it and giving it to the church, buying clothes and food for their families. ਉਹੀ ਪੈਸੇ ਜੋੜ ਕੇ ਮੰਡਲੀ ਨੂੰ ਦਿੰਦੇ ਸੀਗੇ, ਉਹੀ ਪੈਸੇ ਦੇ ਨਾਲ ਆਪਣੇ ਟੱਬਰ ਨੂੰ ਰੋਟੀ ਖਵਾਉਂਦੇ ਸੀਗੇ, ਕੱਪੜੇ ਸੋਹਣੇ ਲੈਂਦੇ ਸੀਗੇ ਬੱਚਿਆਂ ਦੇ ਲਈ। Stealing and other offences became less and less. ਚੋਰੀਆਂ ਖਤਮ ਹੋ ਗਈਆਂ। Often a magistrate came to court and found there were no cases. ਮੈਜਿਸਟ੍ਰੇਟ ਆਉਂਦਾ ਸੀਗਾ, ਜੱਜ ਆਉਂਦਾ ਸੀਗਾ, ਕੋਰਟ ਲਿਖਦਾ ਸੀਗਾ ਇੱਥੇ ਤਾਂ ਕੋਈ ਹੈ ਹੀ ਨਹੀਂ ਕੋਈ ਕੇਸ ਤੈਅ ਕਰਨ ਨੂੰ, ਮੈਂ ਕੱਲ੍ਹ ਲਿਆਇਆ ਹੈਗਾ। Can you imagine that in Birmingham? ਸੋ In Handsworth? ਸੋਚ ਸਕਦੇ ਕਿ ਬਰਗੂ ਹੈ ਤੇ ਹੈਂਜ਼ੋ ਦੇ ਵਿੱਚ ਇਹ ਹੋਵੇ ਕਿ ਜੱਜ ਜਾ ਕੇ ਮੱਖੀਆਂ ਮਾਰੇ। The judge or the magistrate, they turn up and there's no cases. ਜੱਜ ਆਵੇ ਕਹਿਣਾ ਇੱਥੇ ਤਾਂ ਕੋਈ ਜ਼ੁਲਮ ਹੀ ਹੈ ਨਹੀਂ, ਮੈਂ ਤੇ ਕੀ ਕਰਦਾ। Brother, sister, this is what real revival does. ਜਾਗਰਤੀ ਇਹ ਕੁਝ ਕਰਦੀ ਆ। They go on to say this. ਫਿਰ ਕਹਿੰਦੇ ਆ Men who blasphemed learned to talk purely. ਜਿਹੜੇ ਕੁਫਰ ਬਕਦੇ ਸੀਗੇ, ਬਕਵਾਸ ਕਰਦੇ ਸੀਗੇ ਮੂੰਹ ਦੇ ਵਿੱਚੋਂ, ਉਹਨਾਂ ਦੇ ਮੂੰਹ ਦੇ ਵਿੱਚੋਂ ਪਵਿੱਤਰਤਾਈ ਦੀ ਗੱਲਾਂ ਨਿਕਲਣੀਆਂ ਸ਼ੁਰੂ ਹੋ ਗਈਆਂ। Miners worked more faithfully. ਵਫਾਦਾਰੀ ਨਾਲ ਕੰਮ ਕਰਨ ਲੱਗ ਪਏ। People couldn't understand what happened. ਲੋਕੀ ਸਮਝ ਨਹੀਂ ਸਕੇ ਕਿ ਇਹ ਕੀ ਹੋ ਰਿਹਾ ਹੈਗਾ। These strong, tough miners who used vulgar language became kinder and gentler. ਜਿਹੜੇ ਕੋਲੇ ਦੀ ਖਾਨਾ ਵਿੱਚ ਕੰਮ ਕਰਦੇ ਸੀਗੇ, ਉਹ ਗੰਦ ਬਕਦੇ ਸੀਗੇ, ਉਹ ਲੋਕੀ ਬਦਲ ਗਏ, ਉਹਨਾਂ ਦੀ ਭਾਸ਼ਾ ਹੀ ਬਦਲ ਗਈ। People who did not pay their bills or pay back money they owed gave back all that they owed. ਜਿਹੜੇ ਲੋਕੀ ਪੈਸੇ ਨਹੀਂ ਬਿੱਲ ਨਹੀਂ ਦਿੰਦੇ ਸੀਗੇ, ਉਹਨਾਂ ਨੇ ਸਾਰੇ ਆਪਣੇ ਬਿੱਲ ਚੁਕਾਤੇ, ਪੈਸੇ ਦਿੱਤੇ ਸਰਕਾਰ ਨੂੰ। People who quarreled forgave each other ਜਿਹੜੇ ਲੜਾਈ ਕਰਦੇ ਝਗੜਾ ਕਰਕੇ ਦੂਸਰੇ ਨਾਲ, ਉਹਨਾਂ ਨੇ ਝਗੜੇ ਮਾਫ ਕਰ ਦਿੱਤੇ, and were reconciled. ਮਿਲਾਪ ਹੋ ਗਿਆ, And society was changed. ਸਮਾਜ ਬਦਲ ਗਿਆ। If you want to know what revival looks like, well, there it is. ਜੇ ਜਾਣਨਾ ਚਾਹੁੰਦੇ ਹੋ ਕਿ ਜਾਗਰਤੀ ਕੀ ਹੁੰਦੀ ਆ, ਆਹ ਹੁੰਦੀ ਆ। It can be personal, but it could also be collective ਸ਼ਖਸੀ on a larger ਜਾਗਰਤੀ ਵੀ scale. ਹੁੰਦੀ ਆ, ਆਮ ਤੌਰ ਤੇ ਸਾਰੇ ਆਵਾਮ ਵਿੱਚ ਵੀ ਜਾਗਰਤੀ ਆਉਂਦੀ ਆ। And you find that there's a love for God's word, ਪਰਮੇਸ਼ਰ ਦੇ ਵਚਨ ਦੇ ਲਈ ਪਿਆਰ ਪੈਦਾ ਹੁੰਦਾ, the hearing of it, there's sorrow for sin, ਉਹਦੇ ਸੁਣਨ ਦੇ ਲਈ ਚਾਅ ਆਉਂਦਾ, ਔਰ ਪਾਪ ਦੇ ਲਈ ਇਕਰਾਰ ਆਉਂਦਾ ਕਿ ਮੈਂ ਪਾਪ ਤੋਂ ਤੌਬਾ there's ਕਰਾਂ। confession of sin, ਪਾਪ ਦਾ ਇਕਰਾਰ ਹੁੰਦਾ, and then it results in real change. ਨਤੀਜਾ ਕੀ ਹੈਗਾ, ਅੰਜਾਮ ਕੀ ਹੁੰਦਾ, ਬਦਲਾਵ ਆਉਂਦਾ। It's not just dealing with the symptoms. ਇਹ ਨਹੀਂ ਕਿ ਜੋ ਅਸੀਂ ਦੇਖਦੇ ਹੈਗੇ ਫੋੜੇ ਨਿਕਲੇ ਫੈਂਸੀਆਂ ਉਹਦਾ ਇਲਾਜ It's ਕਰਨਾ not ਹੈਗਾ, just ਨਹੀਂ। dealing with the cobwebs. ਨਾ ਸਿਰਫ ਜਾਲੇ ਹਟਾਉਣੇ ਹੈਗੇ ਆ, It begins to deal with real sin. ਅਸਲੀ ਪਾਪ ਜਿਹੜਾ ਜੜ ਵਿੱਚ ਪਾਪ ਹੈਗਾ, ਅੰਦਰੂਨੀ ਪਾਪ ਹੈਗਾ, ਉਹਦਾ ਨਿਬੇੜਾ ਹੁੰਦਾ। People who are revived begin to get rid of the spider. ਜਿਹੜੇ ਲੋਕੀ ਜਾਗਰਤੀ ਜਿਹਨਾਂ ਵਿੱਚ ਪੈਦਾ ਹੁੰਦੀ ਹੈ ਨਾ, ਉਹਨਾਂ ਦੇ ਕੀੜੇ ਅੰਦਰੋਂ ਆਪਣੇ ਆਪ ਮਰ ਜਾਂਦੇ ਆ।
Now, this is what happens in Nehemiah chapter 10. ਆਹੀ ਹੋਇਆ ਨਹਿਮਾਇਆ 10 ਦੇ ਵਿੱਚ। And this is what we're going to look at today. ਇਹ ਦੇਖਣਾ ਅੱਜ, Because as the word of God was read, ਜਦੋਂ ਪਰਮੇਸ਼ਰ ਦਾ ਵਚਨ ਪੜ੍ਹਿਆ ਗਿਆ, which we saw last time, ਪਿਛਲੇ ਹਫ਼ਤੇ ਦੇਖਿਆ, the people began to realize they were not obeying the law of Moses. ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਅਸੀਂ ਤੇ ਮੂਸਾ ਦੀ ਸ਼ਰ੍ਹਾ ਨੂੰ ਪੂਰਾ ਨਹੀਂ ਕਰ ਰਹੇ ਹੈਗੇ। And then there's this long prayer in chapter 9. 9ਵੇਂ ਚੈਪਟਰ 'ਚ ਵੀ ਲੰਬੀ ਪ੍ਰਾਰਥਨਾ And ਹੋਈ। at the end of the prayer, ਪ੍ਰਾਰਥਨਾ ਦੇ ਅੰਤ ਦੇ ਵਿੱਚ the people make a covenant. ਲੋਕੀ ਇੱਕ ਅਹਿਦ ਬੰਨ੍ਹਦੇ ਆ, They ਹੁਕਮ make a promise that they write an agreement and they seal it or ਵਾਅਦਾ sign it. ਕਰਦੇ ਆ, ਅਹਿਦ ਲਿਖਦੇ ਆ, ਉਹ ਤੇ ਦਸਤਖਤ ਕਰਦੇ ਆ। So chapter 9 and verse 38, 9:38 ਵਿੱਚ it says this, and Yeah. because of all this, we make a sure covenant and write it. Our leaders, our Levites, and our priests seal it. इन सब बातों के सबब से हम सच्चा अहद करते और लिख भी देते हैं, और हमारे उमरा और हमारे लावी और हमारे कहन उस पर मोहर करते हैं। So chapter 10, verse 1 through to verse 29 10वां चैप्टर ਪਹਿਲੀ ਆਇਤ ਲੈ ਕੇ 29 ਆਇਤ ਤੱਕ lists the people who signed the seal. ਉਹਨਾਂ ਲੋਕਾਂ ਦੇ ਨਾਂ ਦਰਜ ਹੈਗੇ ਆ ਜਿਨ੍ਹਾਂ ਨੇ ਦਸਤਖਤ ਕੀਤੇ ਆ। And there's Nehemiah, ਨehemiah, there are priests and Levites, ਲੇਵੀ ਹੈਗੇ ਆ, ਯਾਜਕ ਹੈਗੇ ਆ, heads of noble families, ਪਰਿਵਾਰਾਂ ਦੇ ਮੁੱਖ ਹੈਗੇ ਆ, and other citizens as well. ਹੋਰ ਉੱਚ ਨਾਗਰਿਕ ਹੈਗੇ ਆ। And so they seal it. It's like we would sign it today. ਅਸੀਂ ਸਾਈਨ ਕਰ ਦਿੰਦੇ ਆ, ਉਹਨਾਂ ਨੇ ਮੋਹਰ ਲਾਤੀ। And these leaders represent all the people of God there in Israel. ਇਹ ਅਗਵੇ ਸਾਰੇ ਇਜ਼ਰਾਈਲ ਦੇ ਲੋਕਾਂ ਦੇ ਆਵਾਮ ਦੇ ਮੋਹਰੀ ਸੀਗੇ। And so you can see it begins with the leaders, doesn't it? ਸ਼ੁਰੂ ਹੁੰਦਾ ਕਿੱਥੋਂ? ਅਗਵਾਂ ਤੋਂ। So what are the terms of this covenant, this agreement? ਇਸ ਅਹਿਦ ਦੇ ਕਾਨੂੰਨ ਕੀ ਹੈਗੇ ਆ? It deals with specific sins at that time which the people of God were neglecting. As the word was read, it was exposing the sin, and they begin to now deal with it. ਉਸ ਵੇਲੇ ਪ੍ਰਭੂ ਦੇ ਵਚਨ ਦੁਆਰਾ ਪੜ੍ਹੇ ਜਾਣ ਦੇ ਨਾਲ ਉਹਨਾਂ ਦੇ ਪਾਪ ਉਗਾੜੇ ਗਏ। ਉਹਨਾਂ ਪਾਪਾਂ ਤੋਂ ਉਹਨਾਂ ਨੂੰ ਪਤਾ ਲੱਗਿਆ ਸੀ ਕੀ ਗਲਤੀ ਕਰਦੇ ਹੈਗੇ ਆ। ਉਹਨਾਂ ਗਲਤੀਆਂ ਨੂੰ ਲੈ ਕੇ ਅਫਸੋਸ ਕਰਕੇ ਉਹਨਾਂ ਨੇ ਉਹਨੂੰ ਬਦਲਿਆ। The equivalent would be today something like this. ਅੱਜ ਇਸ ਤਰ੍ਹਾਂ ਹੋ ਸੋਚੋ ਅੱਜ As the word of God is preached from this lectern, ਅੱਜ ਸਵੇਰੇ ਜਦੋਂ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਹੋ ਰਿਹਾ ਹੈਗਾ, the Holy Spirit may use the word to expose different sins in our lives. ਪਰਮੇਸ਼ਰ ਪਵਿੱਤਰ ਆਤਮਾ ਵਚਨ ਦੁਆਰਾ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਕਿ ਸਾਡੇ ਪਾਪ ਉਗਾੜੇ ਜਿਹੜੇ ਛੁਪੇ ਹੋਏ ਹੈਗੇ ਆ। Or as we read the word, it exposes different things in our lives. ਅਸੀਂ ਜਦੋਂ ਵਚਨ ਪੜ੍ਹਦੇ ਹਾਂ ਸਾਡੀ ਜ਼ਿੰਦਗੀ ਵਿੱਚ ਉਗਾੜੇ ਜਾਂਦੇ ਹੈਗੇ ਆ ਉਹ ਪਾਪ ਜਿਹੜੇ ਅਸੀਂ ਲੁਕੋ ਕੇ ਰੱਖੇ ਆ। And our duty is to respond. ਫਿਰ ਸਾਡਾ ਫਰਜ਼ ਕੀ ਹੈਗਾ? ਅਸੀਂ ਸੁਣ ਕੇ ਕੁਝ ਕਰੀਏ। So what did they do? What was the covenant? What were the terms of the covenant? What was it they agreed to start doing? ਅਹਿਦ ਦੀ ਤਾਰੀਖ ਕੀ ਸੀਗੀ? ਕੀ ਕਿਹਾ ਉਹਨਾਂ ਨੇ ਕਿ ਅਸੀਂ ਕਰਨਾ ਹੈਗਾ? ਕੀ ਕੀਤਾ ਉਹਨਾਂ ਨੇ? Okay, there are three things here. ਤਿੰਨ ਗੱਲਾਂ। Firstly, ਪਹਿਲੀ ਗੱਲ, they covenanted or agreed not to give their children to mixed marriages. ਪਹਿਲਾ ਵਾਅਦਾ ਕੀ ਕੀਤਾ ਉਹਨਾਂ ਨੇ? ਅਸੀਂ ਕਸਮ ਖਾਂਦੇ ਕਿ ਅਸੀਂ ਆਪਣੇ ਬੱਚੇ ਦੂਸਰੇ ਲੋਕਾਂ ਦੇ ਵਿੱਚ, ਦੂਸਰੇ ਗੈਰ ਕੌਮਾਂ ਲੋਕਾਂ ਦੇ ਵਿੱਚ ਵਿਆਹ ਦੇ ਲਈ ਨਹੀਂ ਦੇਵਾਂਗੇ। Look at verse 30. Look, verse 30. 30 ਆਇਤ It says this. ਕੀ ਲਿਖਿਆ? We would not give our daughters as wives to the peoples of the land, nor take their daughters for our sons. और हम अपनी बेटियां मुल्क के बशिंदों को ना दें और ना अपने बेटों के लिए उनकी बेटियां लेंगे। So things begin here with family. कितना शुरू होया? परिवारों तो। That's where change needs to begin, doesn't it? It's always in the family. हमेशा बदलाव कितना शुरू होता? परिवार दे विचों। If things are not right in our family, they won't be right outside the family. जे साडे घर नहीं से चलदे हैगे ते घर तो बाहर, परिवार तो बाहर वो भी नहीं से That's चलना। why the Bible insists that you cannot be an elder in the church unless things are right in your family. प्रभु दा वचन कहंदा जे तुसीं एल्डर नहीं हो सकदे हैगे जे ਤੁਹਾਡੇ ਆਪਣੇ ਘਰ ਦੇ ਵਿੱਚ ਸਲਾਮਤੀ ਨਹੀਂ ਹੈਗੀ। So verse 30, as we read, ਜਿਹੜੀ ਪੜ੍ਹੀ ਆ, point out that they will not give their daughters as wives to people outside the nation of Israel, and likewise they will not take wives from other nations and marry them into Israel. ਇਜ਼ਰਾਈਲ ਕੌਮ ਦੇ ਲੋਕਾਂ ਨੇ ਕੀ ਵਾਅਦਾ ਕੀਤਾ? ਅਸੀਂ ਆਪਣੀਆਂ ਧੀਆਂ, ਆਪਣੀਆਂ ਬੇਟੀਆਂ ਗੈਰ ਲੋਕਾਂ ਦੇ ਨਹੀਂ ਵਿਆਹਾਂਗੇ। ਜਿਹੜੇ ਦੂਸਰੇ ਲੋਕ ਹੈਗੇ ਆ
ਔਰ ਉਹਨਾਂ ਲੋਕਾਂ ਦੀਆਂ ਬੇਟੀਆਂ ਅਸੀਂ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਆਵਾਂਗੇ। Now, this must have been a big issue in the land of Israel. ਇਹ ਕੋਈ ਵੱਡੀ ਗੱਲ ਹੋਗੀ ਤਦ ਹੀ ਗੱਲ ਕੀਤੀ ਆ। The mixed marrying with other nations. ਦੂਸਰੇ ਕੌਮਾਂ ਵਿੱਚ ਜਿਹੜੇ ਵਿਆਹ ਸ਼ਾਦੀ ਹੁੰਦੀਆਂ ਸੀਗੀਆਂ ਦੂਸਰੇ ਗੈਰ ਵਿਸ਼ਵਾਸੀਆਂ ਵਿੱਚ। Because when we looked at Ezra, Ezra also mentioned this, and Nehemiah mentions it again later on. ਐਜ਼ਰਾ ਨੇ ਵੀ ਗੱਲ ਕੀਤੀ ਹੈਗੀ ਆ, ਨehemiah ਨੇ ਦੁਬਾਰਾ ਗੱਲ ਕੀਤੀ ਆ, ਤਾਂ ਕੋਈ ਤਾਂ ਗੱਲ ਹੋਊਗੀ। Now, this is an important ethical issue for us today. ਅੱਜ ਸਾਡੇ ਲਈ ਇੱਕ ਵੱਡੀ ਸਮੱਸਿਆ ਹੈਗੀ ਆ। Does the Bible discriminate? ਕੀ ਪ੍ਰਭੂ ਦਾ ਵਚਨ ਫਰਕ ਕਰਦਾ? Does it forbid cross-cultural marriages? ਕੀ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਅਸੀਂ ਦੂਸਰੀ ਕੌਮਾਂ ਦੇ ਵਿੱਚ ਵਿਆਹ ਨਾ ਕਰੀਏ? Is the Bible racist? ਕੀ ਪ੍ਰਭੂ ਦਾ ਵਚਨ ਜਿਹੜਾ ਹੈਗਾ ਕੀ ਉਹ ਫਰਕਾ ਕਰਦਾ? Last Sunday afternoon, ਪਿਛਲੇ ਸੰਡੇ ਦੁਪਹਿਰ ਨੂੰ someone phoned me ਕਿਸੇ ਨੇ ਭਾਈ ਨੂੰ ਫੋਨ ਕੀਤਾ, and they asked about the church, ਮੰਡਲੀ ਬਾਰੇ ਪੁੱਛਿਆ, and they said, what color was Jesus? ਕਹਿੰਦੇ ਪ੍ਰਭੂ ਯੀਸ਼ੂ ਮਸੀਹ ਦਾ ਕੀ ਰੰਗ ਸੀਗਾ? And I said, well, the Bible doesn't really talk about much of his physical features. It's more about his work and his character. ਕਿ ਪ੍ਰਭੂ ਦੀ ਛਵੀ ਦੇ ਬਾਰੇ, ਉਹਦੀ ਸੂਰਤ ਦੇ ਬਾਰੇ ਜ਼ਿਆਦਾ ਤਾਂ ਨਹੀਂ ਲਿਖਿਆ ਗਿਆ ਬਾਈਬਲ ਦੇ ਵਿੱਚ, ਪਰ ਉਹਦੇ ਕੰਮਾਂ ਬਾਰੇ, ਉਹਦੀ ਸਿੱਖਿਆ ਬਾਰੇ ਬਹੁਤ ਜ਼ਿਆਦਾ ਲਿਖਿਆ। And she said, no. The Bible says that Jesus was black. ਉਹ ਕਹਿੰਦੀ ਕਿ ਵਚਨ 'ਚ ਲਿਖਿਆ ਕਿ ਪ੍ਰਭੂ ਯੀਸ਼ੂ ਮਸੀਹ ਦਾ ਰੰਗ ਕਾਲਾ ਸੀਗਾ। And she said, go to Revelation. ਕਹਿੰਦੀ ਦੇਖ ਪ੍ਰਕਾਸ਼ ਦੀ ਪੋਥੀ And ਵਿੱਚ there it talks about Jesus, ਉੱਤੇ ਲਿਖਿਆ ਪ੍ਰਭੂ ਯੀਸ਼ੂ ਮਸੀਹ ਦੇ that ਬਾਰੇ, his head and his hair were as white as wool. ਉਹਦੇ ਸਿਰ ਦੇ ਵਾਲ ਉੱਨ ਵਰਗੇ ਸਫੇਦ ਸੀਗੇ। She says, which people have hair like wool? ਕਿਹੜੇ ਹੈਗੇ ਜਿਹਨਾਂ ਦੇ ਵਾਲ ਉੱਨ ਵਰਗੇ ਹੈਗੇ ਆ? She said, only black people. ਕਾਲਿਆਂ ਦੇ ਵਾਲ ਹੁੰਦੇ ਕੁੰਡਲਾਂ I said to ਵਾਲੇ। her, this is talking metaphorically. ਮੈਨੂੰ ਕਿਹਾ ਇਹ ਜੋ ਹੈਗਾ ਨਾ ਇੱਕ ਤਸਵੀਰ ਦੇ ਤੌਰ ਤੇ ਗੱਲ ਹੋ ਰਹੀ ਹੈਗੀ I ਆ। said, Jesus was a Middle Eastern man. ਪ੍ਰਭੂ ਯੀਸ਼ੂ ਮਸੀਹ ਮਿਡਲ ਈਸਟ ਤੋਂ And ਸੀਗਾ, he ਅਰਬ probably ਮੁਲਕਾਂ looked ਚ, like Iraqi Jews, ਜਿੱਦਾਂ ਇਰਾਕੀ ਹੁੰਦੇ ਆ, ਜਿੱਦਾਂ ਉਦਾਂ ਦਾ ਉਹਦਾ ਪਰਛਾਵਾਂ ਸੀਗਾ। probably with olive brown skin. ਉਸ ਜਿੱਦਾਂ ਸਾਡੇ ਜਿਹਦਾ ਰੰਗ ਹੈਗੇ ਆ ਬਰਾਊਨ, ਐਦਾਂ ਦਾ ਸ਼ਾਇਦ ਰੰਗ ਹੋਵੇ। But I said, look, this is not important. The Bible doesn't ਪਰ emphasize ਕੀ it. ਫਰਕ ਪੈਂਦਾ? ਬਾਈਬਲ ਇਹ ਤੇ ਗੌਰ ਨਹੀਂ ਕਰਦੀ ਹੈਗੀ ਕਿ ਪ੍ਰਭੂ ਯੀਸ਼ੂ ਮਸੀਹ ਦਾ ਕੀ ਰੰਗ ਸੀਗਾ। She says, no, it's important. ਨਹੀਂ, ਜ਼ਰੂਰੀ ਹੈ ਤਾਂ ਗੱਲ। I said, well, Abraham was from Iraq today. ਅਬਰਾਹਮ ਅੱਜ ਜਿਹੜਾ ਇਰਾਕ ਹੈਗਾ ਉਸ ਇਲਾਕੇ ਵਿੱਚ So what color are the people there? ਉੱਥੇ ਦੇ ਲੋਕਾਂ ਦੇ ਕੀ ਰੰਗ ਆ? She says, no. ਨਹੀਂ ਭਾਈ, ਤੂੰ ਗਲਤ ਆ। She says, people have twisted the Bible. That Ur of the Chaldees was Ethiopia. ਲੋਕਾਂ ਨੇ ਬਦਲ ਦਿੱਤੀ ਬਾਈਬਲ ਨੂੰ। ਜਿਹੜਾ ਕੈਲਡੀਅਨ ਦਾ ਸੀਗਾ, ਚਲਦੀਆਂ ਦਾ ਜਿੱਥੋਂ ਆਇਆ ਸੀਗਾ, ਉਹ ਕਹਿੰਦੀ ਇਥੀਓਪੀਆ ਸੀਗਾ ਜਿੱਥੇ ਕਾਲੇ ਵਾਸ ਕਰਦੇ ਆ। And she went on and on. ਅੱਗੇ ਤੋਂ ਅੱਗੇ ਵਧੀ ਗਈ। And she said to me, ਫਿਰ ਬਾਅਦ ਭਾਈ ਨੂੰ ਕਿਹਾ, you call yourself a pastor. ਤੂੰ ਆਪਣੇ ਆਪ ਨੂੰ ਪਾਸਵਾਨ ਕਹਿੰਦਾ? Don't you even know history? ਤੈਨੂੰ ਇਤਿਹਾਸ ਦਾ ਵੀ ਨਹੀਂ ਪਤਾ ਕੁਛ ਵੀ। And she said, who taught you? She said, was it white people? ਤੈਨੂੰ ਕਹਿੰਦੀ ਕਿਹਨੇ ਸਿਖਾਇਆ? ਗੋਰਿਆਂ ਨੇ ਤਾਂ ਦੱਸੀ ਸੀ ਗੱਲ ਇਹ। She said, white people have twisted the Bible for their ਗੋਰਿਆਂ own ਨੇ ends. ਬਾਈਬਲ ਨੂੰ ਲੈ ਕੇ ਬਦਲ ਦਿੱਤਾ। She said, no, Jesus was black. ਪ੍ਰਭੂ ਯੀਸ਼ੂ ਜੀ ਕਹਿੰਦੀ ਕਾਲਾ ਸੀਗਾ। Now, can you see the climate that we are living in at the moment, ਦੇਖਿਆ ਅਸੀਂ ਕਿਦਾਂ ਦੇ ਮਾਹੌਲ 'ਚ ਰਹਿੰਦੇ ਆ, where these things can be very explosive? You have Black Lives Matter on the one side, then you have the other extreme on the other side. ਇੱਕ ਪਾਸੇ ਜਿਹੜੇ ਕਾਲਿਆਂ ਦਾ ਪੱਖ ਕਰਦੇ, ਕਾਲੇ ਰੰਗ ਵਾਲਿਆਂ ਦਾ ਤੁਸੀਂ ਹੈਗਾ, ਇਹ ਜਿਹੜੀ ਗੱਲ ਹੈਗੀ ਨਾ, ਇਹ ਬੜੀ ਸਮਾਜਿਕ ਸਮੱਸਿਆ ਬਣ ਜਾਂਦੀ ਆ। And people can accuse the Bible as being racist. ਲੋਕੀ ਬਾਈਬਲ ਤੇ ਇਲਜ਼ਾਮ ਲਾਉਂਦੇ ਆ ਕਿ ਰੇਸਿਸਟ ਹੈਗੀ ਆ, ਇਹ ਪੱਖਪਾਤ ਕਰਦੀ ਆ। And therefore, if it's racist, should we reinterpret it or exercise cancel culture and cancel it? ਜੇ ਬਾਈਬਲ ਪੱਖਪਾਤ ਕਰਦੀ ਹੈ ਤਾਂ ਕਿ ਅਸੀਂ ਫਿਰ ਬਾਈਬਲ ਨੂੰ ਛੱਡ ਕੇ ਉਹ ਸਿੱਖਿਆ ਦਈਏ ਜਿਹੜੀ ਸਾਡਾ ਖਿਆਲ ਹੈ ਕਿ ਸਹੀ ਹੈਗੀ ਆ, ਜਾਂ ਕੀ ਕਰੀਏ? What does the Bible say? ਪਰ ਪ੍ਰਭੂ ਦਾ ਵਚਨ ਕੀ ਕਹਿੰਦਾ? You know, we can shove these things to one side and not talk about them, but it's important that we talk about ਸਹੀ them. ਗੱਲ ਇੱਕ ਪਾਸੇ ਰੱਖੋ, ਪ੍ਰਭੂ ਦਾ ਵਚਨ ਕੀ ਕਹਿੰਦਾ ਹੈਗਾ, ਗੱਲ ਕਰਨੀ ਜ਼ਰੂਰੀ ਹੈ, ਪਰ ਇਹ ਕੀ ਸਾਨੂੰ ਇਹ ਕਿਤਾਬ ਸਾਨੂੰ ਕੀ ਦੱਸਦੀ ਆ? Is this comment here a racist comment? ਕੀ ਇਹ ਜਿਹੜੀ ਗੱਲ ਲਿਖੀ ਹੈ ਇੱਥੇ ਅਸੀਂ ਪੜ੍ਹੀ ਹੈਗੀ ਆ, ਕੀ ਇਹ ਲੋਕਾਂ ਨੂੰ ਪਾੜ ਦੇਣ ਵਾਲੀ ਗੱਲ ਹੈਗੀ ਆ? The Jews were not to intermix. ਕਿ ਯਹੂਦੀ ਗੈਰ ਕੌਮੀ ਲੋਕਾਂ ਵਿੱਚ ਜਾ ਕੇ ਵਿਆਹ ਨਾ ਕਰਨ? The Bible is not racist. ਸੁਣ ਲਓ ਇੱਕ ਵਾਰ, ਪ੍ਰਭੂ ਦਾ Even ਵਚਨ ਕਦੇ ਵੀ
ਪੱਖਪਾਤ ਨਹੀਂ ਕਰਦਾ ਕਿਸੇ ਨਾਲ। Even amongst the Jewish people, ਯਹੂਦੀ ਲੋਕਾਂ ਦੇ ਵਿੱਚ ਵੀ there were people from other ethnicities that joined the people of God. ਯਹੂਦੀ ਲੋਕਾਂ ਵਿੱਚ ਹੋਰ ਵੀ ਲੋਕ ਆਏ ਸੀਗੇ ਜਿਹੜੇ ਬਾਹਰਲੇ ਕਬੀਲੇ ਦੇ ਸੀਗੇ, ਜਿਹੜੇ ਯਹੂਦੀਆਂ ਦੇ ਵਿੱਚ ਆ ਕੇ ਮਿਲ ਗਏ ਸੀਗੇ। Moses married a woman from Ethiopia, ਮੂਸਾ ਨੇ ਇਥੀਓਪੀਆ ਦੀ ਤੀਵੀਂ ਨਾਲ ਵਿਆਹ ਕਰਾਇਆ ਸੀਗਾ, and his sister criticized him, ਉਹਦੀ ਭੈਣ ਨੇ ਕਿਹਾ ਤੂੰ ਗਲਤ ਕੀਤਾ, and the Lord struck her with leprosy. ਪ੍ਰਭੂ ਨੇ ਉਹਨੂੰ ਕੋੜ ਦਿੱਤਾ। God defended Moses. ਪ੍ਰਭੂ ਨੇ ਮੂਸਾ ਦੀ ਹਿਦਾਇਤ ਕੀਤੀ। Rahab was a Canaanite woman from a pagan background. ਰਹਿਬ ਇੱਕ ਬੇਗਾਨਾ ਔਰਤ ਸੀਗੀ ਜਿਹੜੀ ਕਿ ਕਨਾਨ ਚ ਸੀਗੀ। In fact, she was a prostitute, ਇੱਕ ਵੈਸ਼ਾ ਔਰਤ ਸੀਗੀ, and she was wonderfully saved. ਕਿੰਨੇ ਸੋਹਣੇ ਤਰੀਕੇ ਨਾਲ ਪ੍ਰਭੂ ਨੇ ਰਹਿਬ ਨੂੰ And ਬਚਾਇਆ। she became an ancestor of Jesus Christ. ਉਹ ਪ੍ਰਭੂ ਯੀਸ਼ੂ ਮਸੀਹ ਦੇ ਕੁਨਬੇ ਦੇ ਵਿੱਚ ਆ ਗਈ। Ruth ਰੂਥ was a Moabitess. ਮੁਆਬੀ ਔਰਤ ਸੀਗੀ। Again, she turned from pagan gods to the God of Israel. ਮੂਰਤੀ ਪੂਜਾ ਵਾਲੀ ਰੱਬਾਂ ਤੋਂ ਮੁੜ ਕੇ ਪਰਮੇਸ਼ਰ ਕੋ ਆ ਗਈ। And she too became an ancestor of King David. ਉਹ ਦਾਊਦ ਬਾਦਸ਼ਾਹ ਦੇ ਕੁਨਬੇ ਵਿੱਚ ਆ ਗਈ। And the greater than David, Jesus Christ. ਉਸ ਤੋਂ ਵੱਡਾ ਦਾਊਦ ਤੋਂ ਵੱਡਾ ਪ੍ਰਭੂ ਯੀਸ਼ੂ ਮਸੀਹ ਪਰਮੇਸ਼ਰ ਸਾਡਾ ਉਹਦੀ ਨਸਲ ਵਿੱਚ ਆ ਗਈ। These two women have the privilege of being in the genealogy of Jesus ਇਹ ਦੋ Christ. ਔਰਤਾਂ ਜਿਹਨਾਂ ਦਾ ਜ਼ਿਕਰ ਕੀਤਾ ਹੈਗਾ, ਇਹ ਬੇਸ਼ੱਕ ਬਾਹਰਲੀਆਂ ਔਰਤਾਂ ਸੀਗੀਆਂ, ਪਿੰਡ ਦੇ ਇਹਨਾਂ ਨੂੰ ਇੱਜ਼ਤ ਬਖਸ਼ੀ ਗਈ ਕਿ ਉਹ ਪ੍ਰਭੂ ਯੀਸ਼ੂ ਮਸੀਹ ਦੇ ਨਸਬਨਾਮੇ ਵਿੱਚ ਆਏ ਹਨ। So God included people from other nations into the people of God. ਦੂਸਰੇ ਕੌਮਾਂ ਵਿੱਚ ਪ੍ਰਭੂ ਆਏ, ਲੈ ਕੇ ਆਏ ਔਰਤਾਂ ਨੂੰ ਜਿਹੜੇ ਕਿ ਆਪ ਉਸ ਨਸਬਨਾਮੇ ਵਿੱਚ ਆ ਗਈਆਂ ਜਿਹਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਆਏ ਆ। The problem addressed here by Nehemiah ਇੱਥੇ ਨehemiah ਨੇ ਕਿਹੜੀ ਮੁਸ਼ਕਲ ਦਾ ਸਾਹਮਣਾ was ਕੀਤਾ? not a racial issue. ਸਮਾਜੀ ਮਸਲਾ ਨਹੀਂ ਸੀਗਾ, The problem was a spiritual issue. ਰੂਹਾਨੀ ਗੱਲ ਸੀਗੀ। If you turn to Deuteronomy ਜੇ ਦੇਖੋ ਅਸੀਂ chapter 7, ਵਿਵਸਥਾ now ਸਾਰ this is probably what is being read here by Ezra when he read it ਵਿਵਸਥਾ in ਸਾਰ the time ਜਦੋਂ of Nehemiah. ਇਹ ਜਦੋਂ ਲਿਖਿਆ ਗਿਆ, ਇਸੀ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋ ਕਿ ਕਿਹਾ ਗਿਆ। Deuteronomy chapter 7 verse 3. ਵਿਵਸਥਾ ਸਾਰ 7:4 Again, it's saying that you mustn't have mixed marriages. So probably this is where it's taken from. ਜੇ ਲਿਖਿਆ ਗਿਆ ਕਿ ਮਿਕਸ ਵਿਆਹ ਨਾ ਕਰੋ। And verse 4 says this. Why? Why shouldn't you do this? ਕਿਉਂ ਨਾ ਕਰੀਏ? For they will turn your sons away from following me to serve other gods. So the anger of the Lord will be aroused against you and destroy you suddenly. क्योंकि वो तुम्हारे बेटों को मेरी पैरवाई से बरगश्ता कर देंगे ताकि वो और माबूदों की इबादत करें। यूं खुदावंद इस गज़ब में खुदावंद का गज़ब तुम पर भड़केगा और वो तुमको जल्द हलाक कर देगा। They are pagan worshippers and they'll turn you away from following the true God. जिन्होंने बाहरों आना वो गैर मबूदां ਦੀ ਇਬਾਦਤ ਕਰਦੇ ਹੈਗੇ ਆ, ਉਹਨਾਂ ਨੇ ਤੁਹਾਨੂੰ ਤੁਹਾਡੇ ਰੱਬ ਤੋਂ ਨਾਲ ਚੱਲਣ ਤੋਂ ਮੋੜ ਦੇਣਾ ਹੈਗਾ। Solomon, one of the wisest men who ever lived, became the biggest fool. ਸੁਲੇਮਾਨ ਸਭ ਤੋਂ ਅਕਲਮੰਦ ਬਾਦਸ਼ਾਹ ਅੰਤ ਕੀ ਹੋਇਆ? ਸਭ ਤੋਂ ਵੱਡਾ ਬੇਵਕੂਫ ਬਣ ਗਿਆ। Why? ਕਿਉਂ? Because he had many foreign women that turned him away from God. ਬਹੁਤ ਸਾਰੀ ਬੇਗਾਨਾ ਔਰਤਾਂ ਆ ਗਈਆਂ ਜਿਨ੍ਹਾਂ ਨੇ ਉਹਦੇ ਦਿਲ ਨੂੰ ਸੱਚੇ ਰੱਬ ਤੋਂ ਮੋੜ ਦਿੱਤਾ। So what does this mean for us today? When we look at this ਸਾਡੇ- passage in Nehemiah. ਅੱਜ ਸਾਡੇ ਇਸ ਗੱਲ ਦਾ ਕੀ ਮਤਲਬ ਹੈਗਾ ਜੋ ਨehemiah 'ਚ ਲਿਖਿਆ ਹੈਗਾ? Are mixed marriages permissible biblically ਕਿ ਬਾਈਬਲ ਦੇ between ਅਨੁਸਾਰ one race and another? ਕਿ ਬਾਈਬਲ ਦੇ ਵਿੱਚ ਮੁਨਾਸਿਬ ਹੈਗਾ, ਜਾਇਜ਼ ਹੈਗਾ ਕਿ ਦੋ ਫਰਕ ਜਿਹਦਾ ਲੋਕ ਹੈਗੇ ਆ ਗੈਰ ਵਿਸ਼ਵਾਸੀ ਔਰ ਗੈਰ ਵਿਸ਼ਵਾਸੀ ਵਿਆਹ ਕਰਨ? My eldest brother, when he got married in the 1980s, early 80s, ਇਹਦਾ ਵੱਡਾ ਭਰਾ ਜਦੋਂ ਦਾ ਵਿਆਹ ਹੋਇਆ 1980 ਦੇ ਵਿੱਚ 35 years ago, 35 ਸਾਲ ਪਹਿਲਾਂ, wanted to marry a white Welsh girl called Sharon. ਉਹ ਗੋਰੀ ਦੇ ਨਾਲ ਸ਼ਹਿਰਾਂ ਦੇ ਨਾਲ ਵਿਆਹ ਕਰਨਾ ਚਾਹੁੰਦਾ ਸੀਗਾ ਵੇਲਸ ਤੋਂ। Now, in those days, there were very few mixed marriages. ਹੁਣ ਦਿਨਾਂ ਵਿੱਚ ਬਹੁਤ ਘੱਟ ਸੀਗੇ ਇਹਦਾ ਵਿਆਹ And my ਹੁੰਦੇ। parents are very traditional from India. ਪਹਿਲੇ ਮਾਂ-ਬਾਪ ਜਿਹੜੇ ਸੀਗੇ ਨਾ ਕੱਟੜ ਹਿੰਦੁਸਤਾਨੀ ਸੀਗੇ। Yeah, you got to marry an Indian, you got to marry the right background, the Punjabi, and also the right caste. ਹਾਂ ਜੀ, ਸਹੀ ਵਿਆਹ ਹੋਣਾ ਚਾਹੀਦਾ। ਹਿੰਦੁਸਤਾਨੀ ਹੋਣੀ ਚਾਹੀਦੀ ਲੜਕੀ, ਸਾਰੀ ਜਾਤ 'ਚ ਹੋਣੀ ਚਾਹੀਦੀ ਹੈਗੀ ਆ,
और पंजाबी होनी चाहिए। Now, for my brother to tell my parents is marrying a white Welsh girl was a big thing in those days. ਇਹਦੇ ਭਰਾ ਨੂੰ ਕਿ ਮਾਪੇ ਨੂੰ ਦੱਸੇ ਕਿ ਮੈਂ ਤੇ ਗੋਰੀ ਨੇ ਵਿਆਹ ਕਰਾਉਣ ਲੱਗਾ ਹੈਗਾ, ਬਹੁਤ ਵੱਡੀ ਗੱਲ ਸੀਗੀ। Now, he wasn't a believer and he's not a believer today. ਨਾ ਵਿਸ਼ਵਾਸੀ ਸੀਗਾ, ਨਾ ਵਿਸ਼ਵਾਸੀ ਹੈਗਾ। But he found it so hard that he went to the pub and got drunk first and then he came back to tell my parents. ਫਿਰ ਨਹਿਰ ਵਿੱਚ ਜਾ ਕੇ ਨੇ ਪੀਤੀ ਚੰਗੀ ਤਰ੍ਹਾਂ ਰਜ ਕੇ ਫਿਰ ਆ ਕੇ ਮਾਪੇ ਨੂੰ ਦੱਸਿਆ। But my parents couldn't accept it. ਉਹ ਮਾਪੇ ਨਹੀਂ And they said, we're not happy with it. ਖੁਸ਼ ਨਹੀਂ ਸੀਗੇ। And he got married, nevertheless, all the siblings went. ਉਹਨੇ ਵਿਆਹ ਕਰਾ ਲਿਆ, ਸਾਰੇ ਗਏ ਰਿਸ਼ਤੇਦਾਰ। But my parents didn't go to the wedding because they didn't agree with it. ਮਾਪੇ ਨਹੀਂ ਵਿਆਹ ਗਏ ਕਿਉਂਕਿ ਉਹ ਨਹੀਂ ਮੰਨਦੇ ਸੀਗੇ। Once they were married, they accepted it. ਜਦੋਂ ਵਿਆਹ ਹੋ ਗਿਆ ਫਿਰ ਤਾਂ ਮੰਨਣਾ ਪਿਆ। This can be the type of culture that we can still live in, from not just Punjabi, Indian, lots of cultures. ਪੰਜਾਬੀ ਦੀ ਗੱਲ ਨਹੀਂ ਹੈਗੀ, ਉਹ ਆਮ ਗੱਲ ਆ। ਅੱਜ ਅਸੀਂ ਵੀ ਇਦਾਂ ਦੇ ਮਾਹੌਲ 'ਚ ਰਹਿ ਰਹੇ ਹੈਗੇ ਆ। Is it right to marry cross-culturally? ਕੀ ਸਹੀ ਹੈਗਾ ਕਿ ਅਸੀਂ ਮਿਕਸ ਵਿਆਹ ਕਰੀਏ? The problem is not race. We're all part of one race, the human race. ਜਾਤ ਪਾਤ ਦੀ ਗੱਲ ਨਹੀਂ ਹੈਗੀ, ਇੱਕੋ ਜਾਤ ਹੈਗੀ ਸਾਰੇ ਦੀ। ਕਿਹੜੀ ਜਾਤ ਹੈਗੀ ਆ? ਇਨਸਾਨੀਅਤ। It's not color, it's not caste. These things are prejudices within us. It's us. ਇਹ ਅਸੀਂ ਬਣਾਈਆਂ ਹੈਗੀਆਂ ਜਾਤਾਂ, ਰੰਗ, ਕੌਣ ਕਿਹੜਾ ਹੈਗਾ, ਕਿੱਥੇ ਦਾ ਹੈਗਾ, ਇਹ ਸਾਡੀਆਂ ਚੀਜ਼ਾਂ ਬਣਾਈਆਂ ਹੋਈਆਂ। These things are not significant to God. ਪ੍ਰਭੂ ਦੇ ਲਈ ਗੱਲਾਂ ਜ਼ਰੂਰੀ ਨਹੀਂ ਹੈਗੀਆਂ। The problem is this. ਗੱਲ ਇਹ ਹੈਗੀ ਆ, If we take this and apply it to our situation ਅਸੀਂ now, ਜੇ ਇਸ ਗੱਲ ਨੂੰ ਲੈ ਕੇ ਜੇ ਅੱਜ ਅਸੀਂ ਆਪਣੇ ਤੇ ਲਾਗੂ ਕਰੀਏ, the principle is this. ਅਸੂਲ ਇਹ ਆ, A born again Christian who is a believer ਇੱਕ ਨਵਾਂ ਜਨਮ ਪਾਇਆ ਹੋਇਆ ਵਿਸ਼ਵਾਸੀ ਜਿਹਨੇ ਪ੍ਰਭੂ ਨੂੰ ਪਾਇਆ, should only marry another born again Christian. ਇੱਕ ਹੋਰ ਨਵੇਂ ਜਨਮ ਪਾਏ ਹੋਏ ਵਿਸ਼ਵਾਸੀ ਦੇ ਨਾਲ ਹੀ ਵਿਆਹ ਕਰਾਵੇ। A born again Christian should not marry a non-Christian. ਇੱਕ ਨਵਾਂ ਜਨਮ ਪਾਇਆ ਹੋਇਆ, ਇਹ ਅਸੂਲ ਹੈਗਾ। Whether they're from another religion, ਚਾਹੇ ਹੋਰ ਕੋਈ ਧਰਮ ਹੋਵੇ, whether they're atheists, ਨਾਸਤਿਕ ਹੋਣ, even if they're nominal Christians. Nominal Christians aren't Christians. They're just as spiritually dead as anybody else. ਨਾਂ ਦੇ ਈਸਾਈ ਜਿਹੜੇ ਹੈਗੇ ਉਹ ਵੀ ਵਿਸ਼ਵਾਸ ਨਹੀਂ ਕਰਦੇ ਹੈਗੇ, ਉਹ ਵੀ ਮੁਰਦਾ ਹੈਗੇ ਜਿਹੜੇ ਆਮ ਲੋਕਾਂ ਵਾਂਗਰ, ਕਿਉਂਕਿ ਉਹ ਨਾਮ ਦੇ ਹੈਗੇ ਆ। But if they're both believers, ਜੇ ਦੋਨੇ ਜੇ ਵਿਸ਼ਵਾਸੀ ਹੈਗੇ ਆ, even if their backgrounds are different, ਬੇਸ਼ੱਕ ਉਹਨਾਂ ਦੇ ਪਿੱਛੇ ਫਰਕ ਹੈਗੇ ਆ, there's nothing wrong in them. ਕਹਿੰਦੇ ਕਿਉਂ ਗਲਤ ਹੈਗਾ? The Bible condemns the marrying of a believer to an unbeliever. ਦੋ ਲੋਕ, ਇੱਕ ਵਿਸ਼ਵਾਸੀ ਹੋਵੇ ਇੱਕ ਵਿਸ਼ਵਾਸੀ ਨਾ ਹੋਵੇ, ਉਹਦੇ ਬਾਰੇ ਪ੍ਰਭੂ ਕਹਿੰਦਾ ਕਿ ਨਾ ਕਰੋ। 2 Corinthians chapter 6 verse 14. ਦੂਸਰੇ Corinthians 6:14। Do not be unequally yoked together with unbelievers. ਅਣਸਾਵੇਂ ਨਾ ਜੁਟੋ। The context is not marriage, but certainly can apply to ਵਿਆਹ marriage. ਤੇ ਗੱਲ ਨਹੀਂ ਆ ਰਹੀ, ਪਰ ਕਹਿੰਦਾ ਅਣਸਾਵੇਂ ਨਾ ਜੁਟੋ। ਯਾਨੀ Because Paul says, what fellowship is light with darkness? ਹਨੇਰੇ ਤੇ ਰੋਸ਼ਨੀ ਦੇ ਨਾਲ ਕੀ ਤਾਲੁਕਾਤ ਹੈਗਾ? Of course, if you marry cross-culturally, ਜੇ ਅਸੀਂ ਫਰਕ ਵਿਆਹ ਕਰਦੇ ਹੈਗੇ ਜ਼ਾਤ ਪਾਤ ਦੇ you ਤੌਰ may ਤੇ, work a little harder at things. ਥੋੜੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ। Maybe if other members of one family may not fully accept it. ਇੱਕ ਪਰਿਵਾਰ ਦੇ ਲੋਕ ਨਾ ਉਹਨੂੰ ਕਬੂਲ ਕਰਨ, Maybe there's cultural misunderstandings. ਸਮਾਜੀ ਮੁਸ਼ਕਲਾਂ ਹੋਣ, Maybe the food is different. ਖਾਣਾ ਪੀਣਾ ਫਰਕ But you ਹੋਵੇ, have to work through these things and your marriage can still be enriched. ਇਹ ਮੁਸ਼ਕਲ ਹੈਗੀ ਆ। ਹੌਲੀ ਹੌਲੀ ਅਸੀਂ ਜਿੱਤ ਪਾਉਂਦੇ ਆ। But marrying cross-culturally is not sinful. ਪਰ If it's two believers. ਵਿਸ਼ਵਾਸੀ ਦੇ ਲਈ ਦੂਸਰੇ ਫਰਕ ਲੋਕਾਂ ਨਾਲ ਵਿਆਹ ਕਰਾਉਣਾ ਮਾੜੀ ਗੱਲ ਨਹੀਂ ਹੈਗੀ, ਗਲਤ ਗੱਲ ਨਹੀਂ ਹੈਗੀ। And in our church, we've had this privilege. ਇਸ ਮੰਡੀ ਵਿੱਚ ਸਾਨੂੰ ਆਦਰ ਮਿਲ ਚੁੱਕਿਆ, We've had cross-cultural marriages. ਜਿਹਦੇ ਕਿ ਵਿਆਹ ਹੋਇਆ ਕਿ ਫਰਕ ਹੈ, ਪਰ ਦੋਨੇ ਵਿਸ਼ਵਾਸੀ ਸੀਗੇ। Geeta and I, we both got brown faces, but culturally we are. ਨਾਲ ਇਹਨਾਂ ਨੂੰ ਭਾਵੇਂ ਦੋਨਾਂ ਦੇ ਰੰਗ ਇੱਕੋ ਜਿਹੇ ਹੈਗੇ ਆ, ਪਰ ਇੱਕ ਤੌਰ ਤੇ ਫਰਕ ਹੈਗੇ ਦੋਨਾਂ ਨੂੰ, ਬਹੁਤ ਫਰਕ Cam ਹੈ। and Steve, Cam was raised here, married Stephen, an English guy, white English guy. ਤੇ ਸਟੀਵ, Palm and Mark married. ਪਾਮ ਤੇ ਮਾਰਕ ਉਹਨਾਂ ਨੇ ਵੀ ਵਿਆਹ ਕੀਤਾ। I'm just waiting now for Nikki to phone me from South Korea and say, you know what, I'm coming home, you have to get me married, I'm marrying a South Korean now. ਨਿੱਕੀ ਦਾ ਫੋਨ ਆਵੇ ਭਾਈ ਸ਼ਿਕਾਰੀ ਦੀ ਲੜਕੀ ਦਾ ਕਿ ਭਾਈ ਮੈਂ ਆ ਰਹੀ ਹੈਗੀ ਆ ਸਾਊਥ ਕੋਰੀਆ ਤੋਂ, ਤੇ ਸਾਊਥ ਕੋਰੀਆ ਦਾ ਮੁੰਡਾ ਹੈਗਾ। Mina and Steve. ਸਟੀਵ ਤੇ ਮੀਨਾ। Steve is a pastor serving the Lord in Croydon. ਸਟੀਵ ਪਾਸਵਾਨ ਹੈ, ਪ੍ਰਭੂ ਦੀ ਸੇਵਾ ਕਰਦਾ ਕਰੋਡਨ ਵਿੱਚ। Brother, sister, the point is this: as Christians, there is no room. There's no room for racism in Christianity. ਵਿਸ਼ਵਾਸੀ ਹੋ ਕੇ ਵਿਸ਼ਵਾਸ ਦੇ ਵਿੱਚ
ਫਰਕੇ ਦੇ ਲਈ ਤਫਰਕੇ ਦੇ ਲਈ ਕੋਈ ਜਗ੍ਹਾ ਨਹੀਂ ਬਚਦੀ ਹੈਗੀ। Whatever we choose to do, whether cross-culturally or culturally, it's the same. It doesn't matter. The principle is, if you're a born-again Christian, you should only marry a born-again Christian. ਜੇ ਹੋਣੇ ਚਾਹੀਦੇ ਆ, ਬਾਕੀ ਰੰਗ ਦਾ ਬੋਲ ਚਾਲ ਦਾ ਕੋਈ ਫਰਕ ਨਹੀਂ ਪੈਂਦਾ। So there was the issue here. ਇੱਥੇ ਇਹ ਸਮੱਸਿਆ ਸੀਗੀ That's why it says that we won't give our children to other nations. ਕਿ ਅਸੀਂ ਗੈਰ ਮਬੂਦ ਮੂਰਤੀ ਪੂਜਾ ਲੋਕਾਂ ਦੇ ਵਿੱਚ ਅਸੀਂ ਆਪਣੇ ਬੱਚੇ ਆਪਣੀ ਧੀਆਂ ਨਹੀਂ ਦੇਵਾਂਗੇ। Secondly, ਦੂਸਰੀ ਗੱਲ, they agreed to keep the Sabbath. ਉਹਨਾਂ ਨੇ ਕਿਹਾ ਕਿ ਅਸੀਂ ਸਬਤ ਨੂੰ ਮੰਨਣਾ। Now, I've concentrated a lot on the first point. I'm going to be briefer on the second two points. ਦੂਸਰੀ ਦੋ ਗੱਲਾਂ ਬਹੁਤ ਜਲਦੀ ਕਰਾਂਗੇ। Chapter 10, verse 31 tells us 10:31 ਵਿੱਚ ਲਿਖਿਆ that the people agreed that they would abstain from all commercial trade on the Sabbath. ਉਹਨੇ ਇਕਰਾਰ ਕੀਤਾ ਕਿ ਅਸੀਂ ਸਬਤ ਵਾਲੇ ਦਿਨ ਖਰੀਦੋ ਫਰੋਖਤ ਨਹੀਂ ਕਰਨੀ ਹੈਗੀ। Also, the Sabbath laws in the time of Moses left the land fallow on the 7th year. ਮੂਸਾ ਦੇ ਸ਼ਰਅ ਦੇ ਅਨੁਸਾਰ 7ਵੇਂ ਸਾਲ ਦੇ ਵਿੱਚ ਵੀ ਧਰਤੀ ਖਾਲੀ ਪਈ ਹੋਵੇ, They wouldn't cultivate it, ਉਹਨੂੰ ਬੋਣਾ ਨਹੀਂ ਧਰਤੀ ਨੂੰ 7ਵੇਂ ਸਾਲ ਵੀ, and so they would forego the produce. ਉਹ ਜਿਹੜਾ ਫਸਲ ਹੋਊਗੀ ਉਹਨੂੰ ਨਹੀਂ ਇਕੱਠੀ ਕਰਦੇ। No clearing of debts. The money people owe you after, this is part of the Sabbath rules. ਸੋ ਇਸ ਸੀਗਾ ਕਰਜ਼ਾ ਵੀ ਹੈਗਾ, 7ਵੇਂ ਸਾਲ ਤੁਹਾਨੂੰ ਕਰਜ਼ਾ ਵੀ ਮਾਫ ਹੋ ਜਾਂਦਾ ਸੀਗਾ। Can you see spiritual awakening? ਰੂਹਾਨੀ ਜਾਗਰਤੀ ਆ ਗਈ Don't just deal with the symptoms, ਕਿ ਇਹ ਜੜ ਨੂੰ ਨਹੀਂ ਪੜ gritty problems. ਜਿਹੜੀ ਨਿੱਕੀ ਨਿੱਕੀ ਮੁਸ਼ਕਿਲਾਂ ਹੈਗੀਆਂ ਉਹਦੇ ਜਾ ਪਹੁੰਚਦੀ ਆ। It involved making real changes, ਇੱਕ ਅਸਲੀ ਸੱਚਾ ਬਦਲਾਅ ਆਉਂਦਾ, correcting what is wrong. ਜੋ ਵਿਗੜ ਗਿਆ ਉਹਨੂੰ ਸੁਧਾਰਨਾ। Here, even if it means in our business dealings, we are going to miss out, forego profit, no profit, year 7 for the people. ਕਾਰੋਬਾਰ ਵਿੱਚ ਵੀ 7ਵੇਂ ਸਾਲ ਜੇ ਸਾਨੂੰ ਨੁਕਸਾਨ ਹੁੰਦਾ ਹੋ ਜਾਵੇ, ਅਸੀਂ ਇਸ ਵਾਅਦੇ ਤੋਂ ਨਹੀਂ ਹਟਣਾ। But obedience to God was crucial here. ਪ੍ਰਭੂ ਦੇ ਲਈ ਆਗਿਆਕਾਰੀ ਅਹਿਮ ਸੀਗੀ, Even if it means losing out, ਚਾਹੇ ਨੁਕਸਾਨ ਵੀ ਹੋ ਜਾਵੇ। letting the land lie, cancelling people's debts as it was here, ਲੋਕਾਂ ਦੇ ਕਰਜ਼ੇ ਮਾਫ, would gain spiritually. ਪਰ ਰੂਹਾਨੀ ਤੌਰ ਤੇ ਉਹਨਾਂ ਨੂੰ ਬਰਕਤ ਮਿਲਦੀ ਸੀਗੀ। There was an old lady. ਇੱਕ ਬੁੱਢੀ ਸੀਗੀ, She attended church regularly. ਚਰਚ ਆਉਂਦੀ ਸੀ ਲਗਾਤਾਰ। She left the church. ਜਦੋਂ ਚਰਚ ਤੋਂ ਗਈ, She said to the pastor, ਉਹਨੇ ਪਾਸਵਾਨ ਨੂੰ ਕਿਹਾ, Pastor, that was a wonderful sermon. ਪਾਸਵਾਨ ਬਹੁਤ ਸੋਹਣਾ ਵਚਨ ਸੁਣਾਇਆ ਅੱਜ ਤੂੰ, Absolutely wonderful. ਬਹੁਤ ਸੋਹਣਾ ਵਚਨ ਸੁਣਾਇਆ। Everything you said ਜੋ ਵੀ ਤੂੰ ਕਿਹਾ ਨਾ applies to someone I know. ਸਾਰੀਆਂ ਗੱਲਾਂ ਲੱਗਦੀਆਂ ਕਿ ਉਹ ਤੇ ਜਿਹਨੂੰ ਮੈਂ ਜਾਣਦੀ ਹਾਂ। How often do we feel that way? ਅਸੀਂ ਵੀ ਕਹਿ ਦਿੰਦੇ ਹਾਂ, Oh, yeah, that was really good. I wish so-and-so were here to listen to. ਅੱਜ ਦਾ ਵਚਨ ਬਹੁਤ ਸੋਹਣਾ ਸੀਗਾ, ਜੋ ਵੀ ਆਉਂਦੀ ਵੀ ਭਰਾ ਆਉਂਦਾ ਨਾ ਉਹਨੂੰ ਆਉਣਾ ਚਾਹੀਦਾ ਸੀਗਾ, ਉਹ ਤੇ ਲੱਗਣਾ, ਉਹਨੂੰ ਪਤਾ ਲੱਗਦਾ ਫਿਰ ਮੈਂ ਕੀ ਕਹਿਣਾ ਚਾਹੁੰਦੀ ਹਾਂ। It is so easy to deflect from our sins by focusing on other people's ਬਹੁਤ sins. ਆਸਾਨ ਹੈਗਾ ਆਪਣੇ ਆਪ ਤੋਂ ਨਜ਼ਰ ਹਟਾਓ, ਕਹਿਣਾ ਕਿ ਮੈਂ ਤਾਂ ਸਹੀ ਹਾਂ। And what you find is the cobwebs and the spiders will ਸਾਡੇ ਅੰਦਰ ਜਾਲੇ ਲੱਗੇ ਰਹਿੰਦੇ ਆ, ਸਾਡੇ ਅੰਦਰ ਕੀੜੇ ਲੱਗੇ ਰਹਿੰਦੇ ਆ ਜਿਹੜੇ ਜਾਲੇ ਬਣਾਉਂਦੇ ਆ। Testament, ਨਵੇਂ ਨਿਯਮ ਵਿੱਚ the Mosaic law doesn't apply. ਮੂਸਾ ਦੇ ਅਨੁਸਾਰ ਜਿਹੜਾ ਸਬਤ ਦਾ ਲੋ ਹੈਗਾ ਨਹੀਂ There's a New Testament Sabbath. ਨਵੇਂ ਨਿਯਮ ਦਾ ਸਬਤ ਹੈਗਾ, But principle of rest and worship are really important. ਜਿਹੜਾ ਹੈਗਾ ਕਿ ਸਬਤ ਵਾਲੇ ਦਿਨ 7 ਦਿਨ ਆਰਾਮ ਕਰਨਾ ਔਰ ਇਬਾਦਤ ਕਰਨੀ। And this goes back to creation. Before the law of Moses was given, ਚਲੀ ਆਉਂਦੀ ਆ। God worked 6 days. ਪਰਮੇਸ਼ਵਰ ਨੇ 6 ਦਿਨ ਕੰਮ ਕੀਤਾ। What did ਦਿਨ ਕੀ ਕੀਤਾ? He rested. ਪਰਮੇਸ਼ਵਰ ਕੰਮ God ਕੀਤਾ। doesn't need to rest. The Bible says he never slumbers or sleeps. ਪਰਮੇਸ਼ਵਰ ਨੂੰ ਲੋੜ ਹੈਗੀ ਆਰਾਮ ਕਰਨ ਦੀ, ਉਹ ਕਦੇ ਨਾ ਸੌਂਦਾ ਨਾ ਉਂਘਦਾ। He did it to set an example for us to ਪਰ follow. ਪਰਮੇਸ਼ਵਰ ਨੇ ਕੀ ਨਮੂਨਾ ਬਣਾਉਣ ਦੇ ਲਈ, That is, the God has made us in such a way, is one way, ਵੀ ਜਿਹਨੇ ਸਾਨੂੰ ਬਣਾਇਆ ਇਸ ਤਰੀਕੇ ਨਾਲ ਉਹਨੇ ਸਾਨੂੰ ਬਣਾਇਆ that we work 6 days and rest on the 7th. 6 ਦਿਨ ਕੰਮ ਕਰੋ, 7ਵੇਂ ਦਿਨ ਆਰਾਮ ਕਰੋ। And this is not just for Christians. ਵਿਸ਼ਵਾਸੀਆਂ ਲਈ ਨਹੀਂ ਕਰਲਾ, This is a Christian ordinance for everybody. ਇਹ ਸ੍ਰਿਸ਼ਟੀ ਦੀ ਕਾਇਨਾਤ ਦੀ ਇਹ ਇਨਸਾਫ ਹੈਗਾ ਸਾਰਿਆਂ ਦੇ ਲਈ। And people who work, you find they get into trouble. We're not wired. ਕਿਉਂਕਿ 37 ਦਿਨ ਕੰਮ ਕਰਦੇ ਆ, ਉਹ ਫਿਰ ਫਸ ਜਾਂਦੇ ਆ, ਕਿਉਂਕਿ ਅਸੀਂ ਨਹੀਂ ਬਣਾਏ ਗਏ 7 ਦਿਨ ਲਗਾਤਾਰ ਕੰਮ ਕਰਨ ਦੇ ਲਈ। ਵਿਸ਼ਵਾਸੀ ਹੋ ਕੇ We now have the Lord's Day. ਸਾਡੇ ਕੋਲ ਅੱਜ ਪ੍ਰਭੂ ਦੀ ਸ਼ਰ੍ਹਾ ਹੈਗੀ ਆ, The day Jesus rose again. ਜਿਸ ਦਿਨ ਪ੍ਰਭੂ ਯਿਸੂ ਮਸੀਹ ਅੱਜ ਦੇ 7ਵੇਂ ਦਿਨ ਜੀ ਉੱਠੇ। Crucial that we set apart this day for rest and worship. ਅੱਜ ਦਾ ਦਿਨ ਪ੍ਰਭੂ ਦਾ ਦਿਨ ਜਿਹੜਾ ਹੈਗਾ, ਇਹਨੂੰ ਆਰਾਮ ਕਰਨ ਦੇ ਲਈ, ਉਹਦੀ ਇਬਾਦਤ ਕਰਨ ਦੇ ਲਈ। Our brains are in the world for 6 days. 6 ਦਿਨ ਬਥੇਰੇ ਆ ਸਾਡੇ ਦਿਮਾਗ ਨੂੰ
ਦੁਨੀਆ ਦੇ ਚੱਕਰ ਕੱਟਣ ਦੇ ਲਈ, being contaminated. ਦੁਨੀਆ ਦੀ ਗੰਦਗੀ ਸਾਨੂੰ ਪੈਂਦੀ ਹੈ ਕਿ That contamination out ਇੱਕਦਮ of ਚਾਹੀਦਾ your ਗੰਦ system. ਸਾਫ਼ ਕਰਨ ਨੂੰ। Don't be casual. ਇਹ ਨਾ ਕਰੋ ਕਿ ਚਲੋ ਹੋ You know, teach your children this is a special day. ਬੱਚਿਆਂ ਨੂੰ ਸਿਖਾਓ ਕਿ ਪ੍ਰਭੂ ਦਾ ਦਿਨ, ਸਬਤ ਦਾ ਦਿਨ ਜ਼ਰੂਰੀ ਦਿਨ ਆ। Sunday is not fun day. Sunday is the Lord's day. ਸੰਡੇ ਦਾ ਮਤਲਬ ਇਹ ਨਹੀਂ ਹੈਗਾ ਕਿ ਮਜ਼ੇ ਕਰੋ, ਸੰਡੇ ਦਾ ਮਤਲਬ ਹੈਗਾ ਪ੍ਰਭੂ ਦੀ ਇਬਾਦਤ ਕਰੋ। And you will really people here are from ethnic minorities. ਬਹੁਤ ਸਾਰੇ ਭਰਾ ਜਿਹੜੇ ਤੇ ਬੈਠੇ ਆ, ਅਸੀਂ ਸਭ ਆਪਣੇ ਮੁਲਕਾਂ ਤੋਂ ਹੈਗੇ ਆ। Okay, we've settled here in England. ਇੱਥੋਂ ਬਾਹਰੋਂ ਅਸੀਂ ਆ ਕੇ ਇੱਥੇ ਟਿਕੇ ਹੈਗੇ ਇਸ You ਮੁਲਕ know, 'ਚ। England is our home, ਇੰਗਲੈਂਡ ਸਾਡਾ ਘਰ ਹੈਗਾ, and it's a blessed place to live. ਅੱਛੀ ਜਗ੍ਹਾ ਕੀ ਹੈ ਰਹਿਣ ਦੇ ਲਈ। We have the NHS. ਸਰਕਾਰ ਹੈਗੀ, NHS ਹੈਗੀ ਆ, There's a good justice system. ਇਨਸਾਫ ਇਹ ਤੇ ਸਹੀ ਹੁੰਦਾ। There's good infrastructure. You don't have to blow your horns on the road all the time. ਸੜਕ ਤੇ ਹੌਰਨ ਨਹੀਂ ਪਿਆਉਣੇ ਪੈਂਦੇ, ਇਹ ਤੇ ਕਾਇਦਾ ਕਾਨੂੰਨ ਹੈਗਾ। The weather is not so good. ਮੌਸਮ ਵੀ ਠੀਕ ਰਹਿੰਦਾ ਚਲੋ। But, you know, England is a great place to live. ਸੋਹਣੀ ਜਗ੍ਹਾ ਹੈਗੀ ਰਹਿਣ ਨੂੰ। People risk their lives to come to England. ਲੋਕੀ ਆਪਣੀ ਜਾਨ ਦਾਅਵ ਤੇ ਲਾ ਕੇ ਇਸ ਮੁਲਕ 'ਚ ਆਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। So it's a great privilege for us to be here. ਇੱਥੇ ਜਿਹੜੀ ਆਏ ਹੈਗੀ ਆਦਰ ਦੀ ਗੱਲ ਆ। But you know, there's an English saying. ਫਿਰ ਇੱਕ ਅੰਗਰੇਜ਼ੀ ਕਹਾਵਤ ਹੈਗੀ ਆ। It says this. ਕੀ ਕਹਿੰਦੀ ਹੈ ਅੰਗਰੇਜ਼ੀ An ਕਹਾਵਤ? English man's home is his castle. ਇੱਕ ਅੰਗਰੇਜ਼ ਦਾ ਜਿਹੜਾ ਘਰ ਹੈਗਾ ਨਾ ਉਹਦਾ ਕਿਲਾ ਆ। So you lock yourself in the home, ਤੁਸੀਂ ਆਪਣੇ ਘਰ ਵਿੱਚ ਵੜ ਗਏ, do as you like, ਜੋ ਤੁਹਾਡੇ ਦਿਲ ਕਰਦਾ ਕਰੋ। let no one in, and you know it's your castle. ਚਾਰ ਦੀਵਾਰੀ ਵਿੱਚ ਤੁਸੀਂ ਘਰ ਆ ਗਏ ਹੈਗੇ ਆ, ਕਿਸੇ ਨੂੰ ਨਾ ਡਰਾਉਣ ਦਿਓ, ਤੁਸੀਂ ਮਾਲਕ ਆ, ਕੋਈ ਆਵੇ ਜਾਂ ਨਾ ਆਵੇ। Now, England is great. England English both- people are wonderful. ਅੰਗਰੇਜ਼ ਬੜੇ ਅੱਛੇ ਹੈਗੇ ਆ। But this is a bad principle. And the problem is, ਮੁਸ਼ਕਿਲ ਹੈਗੀ ਆ, people who have come from other countries where hospitality is really important ਬਾਹਰ ਜਿੱਥੋਂ ਅਸੀਂ ਬਾਹਰੋਂ ਆਏ ਹੈਗੇ ਆ, ਸਾਡੇ ਲਈ ਮਹਿਮਾਨ ਨਵਾਜ਼ੀ ਬੜੀ have ਜ਼ਰੂਰੀ made ਆ। their homes a castle. They've become more English than the English. ਜਿਹੜੇ ਬਾਹਰੋਂ ਆਉਂਦੇ ਕਈ ਦਫਾ ਉਹ ਅੰਗਰੇਜ਼ਾਂ ਨਾਲੋਂ ਜ਼ਿਆਦਾ ਅੰਗਰੇਜ਼ ਬਣ ਜਾਂਦੇ ਆ। This is not good. ਇਹ ਚੰਗੀ ਗੱਲ ਨਹੀਂ ਹੈਗੀ। Hospitality is important. ਮਹਿਮਾਨ ਨਵਾਜ਼ੀ ਜਿਹੜੀ ਹੈਗੀ ਆ ਜ਼ਰੂਰੀ ਹੈਗੀ ਆ। You know, we should have open homes where people can come. ਸਾਡੇ ਘਰ ਬੰਦ ਨਹੀਂ ਹੋਣੇ ਚਾਹੀਦੇ, ਸਾਡੇ ਘਰ ਖੁੱਲੇ ਹੋਣੇ ਚਾਹੀਦੇ ਆ। Use your home for God's service, for ਆਪਣੇ ਘਰ ਦਾ ਇਸਤੇਮਾਲ fellowship. ਕਰੋ ਪ੍ਰਭੂ ਦੀ ਸੇਵਾ ਦੇ ਲਈ ਔਰ ਉਹਦੀ ਇਬਾਦਤ ਦੇ ਲਈ। Use the Lord's Day wisely. ਪ੍ਰਭੂ ਦੇ ਦਿਨ ਦਾ ਇਸਤੇਮਾਲ ਕਰੋ ਅਕਲ ਦੇ ਨਾਲ। I've said this many times in this church. Come to church in the morning, ਸਵੇਰ ਨੂੰ ਚਰਚ ਆਓ, have lunch, invite people. ਦੁਪਹਿਰ ਨੂੰ ਖਾਣਾ ਖਾਣਾ। Don't make your home your castle. It's an open home. ਤੁਹਾਡਾ ਘਰ ਇੱਕ ਕਿਲਾ ਨਾ ਹੋਵੇ ਬੰਦ ਕੀਤਾ, ਤੁਹਾਡਾ ਘਰ ਖੁੱਲਾ ਹੋਵੇ। ਆਓ ਜੀ, Invite brothers and sisters, each other. ਭਰਾਵਾਂ ਭੈਣਾਂ ਨੂੰ ਸੱਦੋ ਕਿ ਆਓ ਜੀ ਤੁਸੀਂ। You know, you can't do that in the church. ਮੰਡਲੀ 'ਚ ਤਾਂ ਨਹੀਂ ਅਸੀਂ ਇਕੱਠੇ ਬੈਠ You know what I ਸਕਦੇ। say? You can only get to know people when you're relaxed at home and you have your slippers on. ਇੱਥੇ ਆ ਕੇ ਅਸੀਂ ਤਦੀ ਇੱਥੇ ਕਰਦੇ ਹੈਗੇ, ਅਸੀਂ ਇੱਥੇ ਆ ਕੇ ਉਹਨਾਂ ਕਿਸੇ ਕਰ ਸਕਦੇ ਕਿ ਘਰ ਬੈਠੋ, ਆਪਣੇ ਮੌਜੇ ਪਾਓ, ਸੱਦੋ, ਗੱਲਾਂ ਬਾਤਾਂ ਕਰੋ। Then you are yourself. ਫਿਰ ਤੁਸੀਂ ਆਪ ਤੁਹਾਨੂੰ ਦੇਖਣ ਕਿ ਮੰਡਲੀ ਦੀ ਜ਼ਿੰਦਗੀ ਤੋਂ ਬਾਹਰ ਅਸੀਂ ਕਿੱਦਾਂ ਦੇ ਹੈਗੇ ਆ। ਘਰ Spend time together. Get to know people. Come back in the evening. ਘਰ ਨੂੰ ਲੈ ਕੇ ਜਾਓ, ਖਾਣਾ ਪੀਣਾ ਖਾਓ, ਫਿਰ ਸ਼ਾਮ ਨੂੰ ਇਕੱਠੇ ਫਿਰ ਮੁੜ You know, if ਕੇ you ਜਾਓ। don't come in the evening, you'll just waste the day watching television, ਤੁਸੀਂ ਜੇ ਸ਼ਾਮ ਨੂੰ ਨਹੀਂ ਆਉਂਦੇ, just idling around. ਤੁਸੀਂ ਸ਼ਾਮ ਨੂੰ ਨਹੀਂ ਆਉਂਦੇ ਨਾ ਮੀਟਿੰਗ ਵਿੱਚ, ਤਾਂ ਕੀ ਹੁੰਦਾ ਅਸੀਂ ਵਕਤ ਜ਼ਾਇਆ ਕਰਦੇ ਹੈਗੇ ਘਰ Give ਬੈਠੇ। the whole day. ਸਾਰਾ ਦਿਨ ਪ੍ਰਭੂ ਨੂੰ ਦੇਣਾ ਸਿੱਖੋ। And we need to sort of cultivate this. ਆਦਤ ਪਾਓ, ਇਹਦੀ ਆਦਤ ਪਾਓ। So the Lord's Day feels different. ਪ੍ਰਭੂ ਦਾ ਦਿਨ ਸਾਨੂੰ ਲੱਗੇ ਕਿ ਫਰਕ ਹੈਗਾ ਦੂਸਰੇ ਦਿਨਾਂ ਨਾਲੋਂ। So mixed marriages, they're covenanted. ਵਿਆਹ ਸ਼ਾਦੀਆਂ ਜਿਹੜੀ ਹੈਗੀਆਂ ਮਿਕਸ, ਉਹਦੇ ਬਾਰੇ ਦੇਖਿਆ ਗਿਆ ਦਾ ਅਨੁਸਾਰ Not to give their children in mixed marriages, to keep the Sabbath. ਸਬਤ ਦੇ ਦਿਨ ਦਾ And finally, and very briefly, ਆਖਰ ਦੇ ਬਹੁਤ ਜਲਦੀ they covenanted to look after the house of God. ਉਹਨੇ ਕਿਹਾ ਕਿ ਅਸੀਂ ਪਰਮੇਸ਼ਰ ਦੇ ਭਵਨ ਦੀ ਰੱਖਿਆ ਕਰਨੀ ਆ। So I don't have time to go into this. Verse 32 to 39 32 ਤੋਂ ਲੈ ਕੇ 29 speaks of how in various ways the people agreed to the house of God. ਲੋਕਾਂ ਨੇ ਕਿਹਾ ਹੁਣ ਅਸੀਂ ਪਰਮੇਸ਼ਰ ਦੇ ਭਵਨ ਦੀ, ਪਰਮੇਸ਼ਰ ਦੇ ਘਰ ਦੀ ਅਸੀਂ ਦੇਖਭਾਲ ਕਰਨੀ ਆ। Verse 39, the end of the verse says this, and they say, and we will not neglect the house of our God. ਮਤਲਬ ਕੀ ਰਹੇਗਾ ਕਿ ਅਸੀਂ ਆਪਣੇ ਪਰਮੇਸ਼ਰ ਦੇ ਘਰ ਦੀ ਨਹੀਂ ਛੱਡਾਂਗੇ, ਚੌਕਸੀ That ਕਰਨੀ ਆ। phrase, house of God, occurs 9 times in this section. ਜਿਸ ਦੇ ਵਿੱਚ 9 ਵਾਰ ਆਉਂਦਾ ਹੈਗਾ ਪਰਮੇਸ਼ਰ ਦੇ ਭਵਨ ਦਾ ਜ਼ਿਕਰ। Verse 32, they agreed to pay the temple tax for the house of God. 32 ਚ ਉਹਨਾਂ ਨੇ ਕਿਹਾ ਕਿ ਅਸੀਂ ਪਰਮੇਸ਼ਰ ਦੇ ਭਵਨ ਦੇ ਲਈ ਜਿਹੜੀ ਚੁੰਗੀ ਹੈਗੀ ਆ ਉਹ ਅਸੀਂ ਦੇਵਾਂਗੇ। Verse 33, they to the house of God. ਤੀਤੇ ਚ ਉਹਨਾਂ ਨੇ ਕਿਹਾ ਕਿ ਜਿਹੜੀ ਰੋਟੀ ਹੈਗੀ ਆ
ਅਸੀਂ ਨਵੇਂ ਚਾਂਦੀ ਰੋਟੀ ਅਸੀਂ ਲੈ ਕੇ ਆਵਾਂਗੇ ਇੱਥੇ। Verse 34, different people would bring wood offering to burn their sacrifices on the altar in the house of God. ਫਰਕ ਲੋਕਾਂ ਨੇ ਲੱਕੜੀ ਲੈ ਕੇ ਆਉਣੀ ਹੈਗੀ ਤਾਂ ਕਿ ਜਿਹੜਾ ਚੜਾਵਾ ਹੈਗਾ ਉਹ ਪ੍ਰਭੂ ਦੇ ਅੱਗੇ ਚੜਾਇਆ ਜਾਵੇ। They would bring their first fruits ਪਹਿਲਾ ਫਲ ਲੈ ਕੇ ਆਉਣਾ from the ground to the house of God and ਧਰਤੀ ਦੇ- dedicate their children, ਧਰਤੀ ਦੇ ਵਿੱਚੋਂ the ਪਹਿਲਾ eldest ਫਲ birth ਜਿਹੜਾ of ਹੈਗਾ their children to the house of God. ਧਰਤੀ ਦੇ ਵਿੱਚੋਂ and their ਪਹਿਲਾ ਫਲ ਲੈ animals. ਕੇ ਆਉਣਾ ਔਰ ਆਪਣੇ ਬੱਚਿਆਂ ਨੂੰ ਅਰਪਣ ਕਰਨਾ ਪ੍ਰਭੂ ਦੇ ਅੱਗੇ ਪਹਿਲੇ ਪਰੋਠੇ ਬੱਚੇ ਨੂੰ ਜਨਮੇ ਨੂੰ ਪ੍ਰਭੂ ਦੇ ਅੱਗੇ ਅਰਪਣ ਕਰਨਾ। Verse 37, 38, they would give tithe for the house of God. 37-38 ਦਿਯੱਕੀ ਦੇਣੀ ਹੈਗੀ ਆ, ਹਦੀਆ ਦੇਣਾ ਆਪਣੇ ਘਰ ਤੋਂ। In the New Testament, ਨਵੇਂ ਨਿਯਮ ਵਿੱਚ there is no building which is the house of God. ਨਵੇਂ ਨਿਯਮ 'ਚ ਕੋਈ ਇਮਾਰਤ ਕੋਈ ਬਿਲਡਿੰਗ ਨਹੀਂ ਹੈਗੀ ਜਿਹੜੀ ਕਹਿ ਸਕਦੇ ਕਿ ਉਹ ਪ੍ਰਭੂ ਦਾ ਘਰ I ਹੈ। say this again and again, but people cannot get it out of their head. ਅਸੀਂ ਬਾਰ-ਬਾਰ ਕਹਿੰਦੇ ਆ ਪਰ ਸਾਡੇ ਦਿਮਾਗ 'ਚ ਗੱਲ ਬੈਠੀ ਹੋਈ ਆ। God does not dwell in this building. This is just bricks and mortar. ਪਰਮੇਸ਼ਵਰ ਇਸ ਬਿਲਡਿੰਗ ਵਿੱਚ ਨਹੀਂ ਰਹਿੰਦਾ ਹੈਗਾ, ਇਹ ਸਿਰਫ ਇੱਟਾਂ ਦੀ ਪੱਥਰਾਂ ਦੀ ਲੋਹੇ ਦੀ ਇਮਾਰਤ ਹੈਗੀ God ਆ। does not dwell in cathedrals. ਪਰਮੇਸ਼ਵਰ ਜਿਹੜੀ ਚਰਚ ਹੈਗੀ ਕੈਥੀਡਰਲ ਉਹਨਾਂ ਵਿੱਚ ਨਹੀਂ ਰਹਿੰਦਾ ਹੈਗਾ। Go there, wow, how awesome the architecture, how vast. Wow, this is ਜਿਹਦੀ the ਕਿੰਨੀ house of ਸੋਹਣੀ God. ਬਿਲਡਿੰਗ ਹੈਗੀ ਆ, ਕਿੰਨੀ ਆਲੀਸ਼ਾਨ ਬਿਲਡਿੰਗ ਹੈਗੀ, ਸੋਹਣੀ ਬਣਾ ਚਰਚ ਬਣਾਇਆ ਹੈਗਾ, ਕਿੰਨੀ ਸੋਹਣਾ ਉਹ ਭਵਨ ਹੈਗਾ। Oh, this is sacred ground. We need to be careful here. ਇਹ ਤੇ ਪਵਿੱਤਰ ਜਗ੍ਹਾ ਹੈਗੀ, ਪਵਿੱਤਰ ਪਾਵਨ ਧਰਤੀ ਹੈਗੀ ਆ, ਇਹ ਤੇ ਅਸੀਂ ਬੜੇ ਚੌਕਸੀ ਨਾਲ ਜਾਈਏ। Nonsense. ਨਹੀਂ, That's nonsense. ਗਲਤ ਗੱਲ ਆ। There is no building that contains God as its dwelling place. Temples don't exist anymore. ਕੋਈ ਵੀ ਬਿਲਡਿੰਗ ਕੋਈ ਵੀ ਇਮਾਰਤ ਨਹੀਂ ਹੈਗੀ ਜਿਹਦੇ ਵਿੱਚ ਰੱਬ ਰਹਿੰਦਾ ਹੈਗਾ। ਰੱਬ ਬਣਾਈਆਂ ਹੋਈਆਂ ਚੀਜ਼ਾਂ ਦੇ ਵਿੱਚ ਬਿਲਡਿੰਗਾਂ ਵਿੱਚ ਨਹੀਂ ਰਹਿੰਦਾ। There is nothing sacred about this building. ਇਹ ਬਿਲਡਿੰਗ ਵਿੱਚ ਕੋਈ ਖਾਸ ਕੋਈ ਧਾਰਮਿਕ ਗੱਲ ਨਹੀਂ ਹੈਗੀ। You know, on a Friday we can have the kids here move all the chairs and play five-a-side football. We're not desecrating the building. ਜੇ ਫਰਾਈਡੇ ਅਸੀਂ ਕੁਰਸੀਆਂ ਹਟਾ ਕੇ God. ਅਤੇ ਬੱਚੇ ਜੇ ਫੁੱਟਬਾਲ ਖੇਡਦੇ ਹੈਗੇ ਅੰਦਰ, ਅਸੀਂ ਪਰਮੇਸ਼ਰ ਦੇ ਘਰ ਦੀ ਬੇਹੁਰਮਤੀ ਨਹੀਂ ਕਰਦੇ। The dwelling place of God now in the Old Testament is the people of God. ਕਿੱਥੇ ਹੈਗਾ ਪ੍ਰਭੂ ਰਹਿੰਦਾ? ਪੁਰਾਣੇ ਨਿਯਮ ਦੇ ਅਨੁਸਾਰ ਪ੍ਰਭੂ ਰਹਿੰਦਾ ਹੈਗਾ ਕਿੱਥੇ? ਆਪਣੇ ਵਿਸ਼ਵਾਸੀਆਂ ਦੇ ਦਿਲਾਂ ਵਿੱਚ। Bodies are temples of the Holy Spirit. ਸਾਡੇ ਜਿਸਮ ਪਰਮੇਸ਼ਰ ਪਿਤਰ ਆਤਮਾ ਦੇ ਭਵਨ ਹੈਗੇ ਆ। And as the people of God, the church of God, that is where Christ. ਪ੍ਰਭੂ ਦੇ ਲੋਕ ਹੋ ਕੇ, ਪ੍ਰਭੂ ਦੇ ਭਵਨ ਹੋ ਕੇ ਅਸੀਂ ਜਿੱਥੇ ਇਕੱਠੇ ਹੁੰਨੇ ਆ, ਜਿੱਥੇ ਅਸੀਂ ਇਕੱਠੇ ਹੋ ਕੇ ਬੈਠਨੇ ਆ, ਉਹ ਪਰਮੇਸ਼ਰ ਦੀ ਜਗ੍ਹਾ ਬਣ ਜਾਂਦੀ ਆ। We are the body of Christ if you're a true believer. ਜੇ ਅਸੀਂ ਸੱਚੇ ਵਿਸ਼ਵਾਸੀ ਆ ਨਾ, ਅਸੀਂ ਜਿਹੜੇ ਰਲ ਕੇ ਬੈਠੇ ਹੈਗੇ ਆ, ਆ ਹੈਗੀ ਪਰਮੇਸ਼ਰ ਦਾ ਘਰ। But there are needs in the church of Jesus Christ, in the body. ਪਰ ਮੰਡਲੀ ਦੇ ਵਿੱਚ ਵੀ, ਜਿਸਮ ਵਿੱਚ ਵੀ ਜ਼ਰੂਰਤਾਂ ਹੈਗੀਆਂ ਪ੍ਰਭੂ ਦੇ ਲੋਕਾਂ ਦੇ ਵਿਚਕਾਰ। Building needs, bills need to be paid. ਬਿਲਡਿੰਗ ਹੈਗੀ ਆ, ਇਹਦੇ ਖਰਚੇ ਦੇਣੇ, ਬਿੱਲ ਬੱਤੀਆਂ ਦੇਣੀਆਂ, Cleaning, maintenance, rotas for different jobs. ਸਫਾਈ ਕਰਨੀ ਹੈਗੀ ਆ, ਆਪਣੇ ਭਰਾਵਾਂ ਭੈਣਾਂ ਨੇ ਕੰਮ ਸੌਂਪੇ ਹੋਏ ਜਿਹੜੇ ਕਰਨੇ ਹੈਗੇ ਬਿਲਡਿੰਗ ਦੇ And as ਵਿੱਚ। the people said then, do we say, I will neglect, they said, we will not neglect the house of God? ਪ੍ਰਭੂ ਨੇ ਕੀ ਕਿਹਾ? ਅਸੀਂ ਪਰਮੇਸ਼ਰ ਦੇ ਘਰ ਦੇ ਬਾਰੇ ਅਸੀਂ ਉਹਦੀ ਬੇਕਦਰੀ ਨਹੀਂ ਕਰਾਂਗੇ ਕਿ ਕੁਛ ਨਾ ਕਰਕੇ। Do we say we will not neglect the needs of the church? ਮੰਡੀ ਦੀ ਜ਼ਰੂਰਤਾਂ ਨੂੰ ਅਸੀਂ ਐਵੇਂ ਦਰਗੁਜ਼ਰ ਨਹੀਂ ਕਰਾਂਗੇ। You know, tithing, whatever your view. ਜੋ ਸਾਡੀ ਸੋਚ ਹੈਗੀ ਹੈ, ਜਿਹੜੇ ਆਪਣੇ ਪੈਸੇ ਵਿੱਚ You know, ਪ੍ਰਭੂ ਦੇ ਪੈਸੇ ਦੇਣੇ। if in the Old Testament and the law, I say this many times, they gave the tenth under grace. Shouldn't we be more generous? ਲਿਖਿਆ ਕਿ 10ਵਾਂ ਹਿੱਸਾ ਦਿਓ, ਪਰ ਜਿਹੜੇ 10ਵੇਂ ਤੋਂ ਜ਼ਿਆਦਾ ਦਿੰਦੇ ਆ, ਕੀ ਤੁਹਾਨੂੰ ਰੱਬ ਮੁੜ ਕੇ ਉਹ ਤੋਂ ਜ਼ਿਆਦਾ ਨਹੀਂ ਮੁੜ ਕੇ ਦਿੰਦਾ? They gave their first fruits. ਉਹ ਪਹਿਲਾ ਫਲ ਲੈ ਕੇ ਆਏ ਧਰਤੀ ਦਾ। Do we give of our best or do we give God the scraps, the leftovers? ਕਿ ਅਸੀਂ ਰੱਬ ਨੂੰ ਸਭ ਤੋਂ ਅੱਛੀ ਚੀਜ਼ ਲੈ ਕੇ ਦਿੰਨੇ ਆ ਕਿ ਜੋ ਬਚ ਗਿਆ ਹੈਗਾ ਸਾਡੇ ਕੋਲ ਉਹਦੇ ਵਿੱਚੋਂ ਲਿਆ ਕੇ ਦਿੰਨੇ ਆ। Oh, I'll serve God if I have time. ਮੈਂ ਪ੍ਰਭੂ ਦੀ ਸੇਵਾ ਕਰੂੰਗਾ ਨਾ ਜੇ ਮੇਰੇ ਕੋਲ ਟਾਈਮ ਹੋਗਾ ਤਾਂ। No, should we be saying, I'm going to serve God and if I have time, then I'll do other things, but the Lord is first. ਜੇ ਮੇਰੇ ਕੋਲ ਸਮਾਂ ਹੋਇਆ ਆਪਣੇ ਲਈ ਬਾਕੀ ਦੇ ਕੰਮ ਕਰਨ ਨੂੰ ਫਿਰ ਮੈਂ ਕਰੂੰਗਾ। ਮੇਰਾ ਪਹਿਲਾ ਕੰਮ ਹੈਗਾ ਕਿ ਮੈਂ ਪ੍ਰਭੂ ਦੀ ਸੇਵਾ ਕਰਨੀ ਆ ਜੋ ਮਰਜ਼ੀ ਹੋ ਜਾਵੇ। Sister, I can go on. These are the marks of a true revival. ਇਹ ਨਿਸ਼ਾਨ ਹੈਗੇ ਭਰਾਵੋ ਭੈਣੋ ਸੱਚੀ ਜਾਗਰਤੀ ਦੇ। It's hearing the word. ਕੰਮ ਕਰਨਾ ਪ੍ਰਭੂ ਦਾ, It's hearing the word. ਸੁਣਨਾ ਵਚਨ ਪ੍ਰਭੂ ਦਾ, It is sorrowing over your sin, repenting. ਆਪਣੇ ਪਾਪਾਂ ਦੇ ਉੱਤੇ ਤੌਬਾ ਕਰਨੀ, ਅਫਸੋਸ ਕਰਨਾ, And then it's acting. ਫਿਰ ਕੁਝ Turning ਕਰਨਾ, away from specific sins. ਖਾਸ ਪਾਪਾਂ ਤੋਂ ਮੁੜਨਾ, Getting rid of the spiders ਜੋ ਕੀੜਿਆਂ ਨੂੰ ਮਾਰਨਾ ਜਿਹੜੀ ਜਾਲੇ ਪੈਦਾ ਕਰਦੇ ਆ, so that we are
revived as God's people. ਤਾਂ ਕਿ ਪ੍ਰਭੂ ਦੇ ਲੋਕ ਹੋ ਕੇ ਅਸੀਂ ਜਾਗਰਤੀ ਪਾਈਏ। Thank you for listening to this message. For further information, visit www.emmanuelhansworth.org.uk.